ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਅੱਜ ਅਸੀਂ ਇੱਕ ਵਾਰੀ ਫੇਰ ਹਾਜ਼ਰ ਹੋਏ ਹਾਂ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਵਿਸ਼ਵ ਸਿਹਤ ਸੰਸਥਾ ਅਤੇ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਉਹਨਾਂ ਵੱਲੋਂ ਪਿਛਲੇ ਕੁਝ ਦਹਾਕਿਆਂ ਦੌਰਾਨ ਜਿਹੜਾ ਉਹ 10 ਅਜਿਹੇ ਵੱਡੇ ਝੂਠ ਫੈਲਾਏ ਗਏ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਲੱਖਾਂ ਲੋਕ ਬਿਮਾਰ ਹੋ ਚੁੱਕੇ ਨੇ ਤੇ ਲੱਖਾਂ ਹੀ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਇਸ ਦੌਰਾਨ ਆਮ ਆਦਮੀ ਇਹ ਸੋਚਣ ਨੂੰ ਮਜਬੂਰ ਹੈ ਕਿ ਕੀ ਫਾਰਮਾਸਿਊਟੀਕਲ ਕੰਪਨੀਆਂ ਤੇ WHO ਸੱਚ ਬੋਲ ਰਿਹਾ ਜਾਂ ਸਾਡੇ ਪੁਰਖੇ ਜੋ ਸਾਨੂੰ ਦੱਸ ਗਏ ਨੇ ਉਹ ਸੱਚ ਸੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਹੈ ਕਿ 10 ਵੱਡੇ ਝੂਠ ਜਿਹੜੇ ਕਿ ਵਿਸ਼ਵ ਸਿਹਤ ਸੰਸਥਾ ਤੇ WHO ਤੇ ਫਾਰਮਾਸਿਊਟੀਕਲ ਕੰਪਨੀਆਂ ਦਵਾਈਆਂ ਵਾਲੀਆਂ ਕੰਪਨੀਆਂ ਵੱਲੋਂ ਫੈਲਾਏ ਗਏ ਨੇ, ਕੀ ਇਹ ਸੱਚ ਹੈ? ਕੁਲਵੰਤ ਜੀ, ਬਿਲਕੁਲ ਸੱਚ ਹੈ ਕਿਉਂਕਿ ਬਹੁਤ ਵੱਡੀ ਪੱਧਰ ਦੇ ਉੱਪਰ ਇਹ ਝੂਠ ਫੈਲਾਏ ਗਏ ਔਰ ਸਾਲਾਂ ਤੱਕ ਉਹ ਝੂਠ ਚੱਲੇ। ਕੋਈ ਸਾਲ 2 ਸਾਲ ਨਹੀਂ, ਦਹਾਕਿਆਂ ਤੱਕ ਚੱਲੇ ਔਰ ਦਹਾਕਿਆਂ ਤੱਕ ਕੋਈ ਉਹਦਾ ਸਬੂਤ ਨਹੀਂ ਸੀਗਾ। ਬਿਨਾਂ ਸਬੂਤ ਦੇ ਫੈਲਾਏ ਗਏ ਉਹ ਔਰ ਫਿਰ ਉਹਨਾਂ ਨੂੰ ਬਾਅਦ 'ਚ ਵਾਪਸ ਕੀਤਾ ਗਿਆ ਜਾਂ ਤਾਂ ਮੰਗ ਆਈ ਜਾਂ ਉਹਦੇ ਖਿਲਾਫ ਵਿਗਿਆਨਕ ਖੋਜਾਂ ਹੋਈਆਂ ਤਾਂ ਜਾ ਕੇ ਉਹ ਬੰਦ ਹੋਏ। ਅਤੇ ਇਹੋ ਜਿਹੇ ਜਿਹੜੇ ਝੂਠ ਨੇ ਬਹੁਤ ਜ਼ਿਆਦਾ ਨੇ, ਜਿਸ 'ਚ ਆਪਾਂ 10-11 ਬੜੇ ਆਰਾਮ ਨਾਲ ਗਿਣ ਸਕਦੇ ਹਾਂ। ਅਤੇ ਜੇ ਮੈਂ ਇਹ ਗੱਲ ਕਰਾਂ ਕਿ ਸਭ ਤੋਂ ਵੱਡਾ ਝੂਠ ਕਿਹੜਾ ਅਤੇ ਕੀ ਤੁਸੀਂ ਇਹਦੇ 'ਚੋਂ ਨੰਬਰ ਕਰ ਸਕਦੇ ਹੋ? ਸਭ ਤੋਂ ਵੱਡੇ ਨਾਲੋਂ ਮੈਂ ਕਹਿੰਦਾ ਆਪਾਂ ਕਰਦੇ ਹਾਂ ਕਿ ਸਭ ਤੋਂ ਪਹਿਲਾ ਝੂਠ ਜਿਹੜਾ ਸੀਗਾ ਮੇਰੀ ਨੋਟਿਸ 'ਚ ਆਇਆ ਉਹ ਕੀ ਸੀਗਾ। ਜਦੋਂ ਮੈਂ MBBS ਕੀਤੀ ਤਾਂ 1970 ਤੱਕ 1945 ਤੋਂ ਲੈ ਕੇ 1970 ਤੱਕ ਇਹ ਫੈਲਾਇਆ ਗਿਆ ਕਿ ਮਾਂ ਦਾ ਦੁੱਧ ਜਿਹੜਾ ਹੁੰਦਾ ਹੈ ਇਹ ਉਹਨਾਂ ਸਿਹਤਮੰਦ ਨਹੀਂ ਹੁੰਦਾ, ਇਹ ਮਾੜਾ ਹੁੰਦਾ। ਅਤੇ ਜਿਹੜਾ ਗਾਂ ਦਾ ਜਾਂ ਉੱਪਰਾ ਡੱਬੇ ਵਾਲਾ ਦੁੱਧ ਹੁੰਦਾ, ਬੋਤਲ ਨਾਲ ਪਿਆਉਣਾ ਹੁੰਦਾ, ਇਹ ਜਿਹੜਾ ਬੱਚੇ ਲਈ ਬਹੁਤ ਵਧੀਆ ਹੁੰਦਾ ਅਤੇ ਇਹਦੇ ਨਾਲ ਬੱਚੇ ਦੀ ਸਿਹਤ ਬਹੁਤ ਵਧੀਆ ਬਣਦੀ ਹੈ। ਔਰ ਇਸ ਝੂਠ ਨੂੰ ਪੂਰੇ ਵਿਸ਼ਵ ਪੱਧਰ ਦੇ ਵਿੱਚ ਵੱਡੇ ਪੱਧਰ 'ਤੇ ਰੌਲਾ ਪਾ ਕੇ ਫੈਲਾਇਆ ਗਿਆ। ਡਾਕਟਰ ਰਾਹੀਂ ਮੈਡੀਕਲ ਪ੍ਰੋਫੈਸ਼ਨ ਨੂੰ ਸਿਲੇਬਸ ਦੇ ਅੰਦਰ ਪੂਰੇ ਦਾ ਪੂਰਾ ਜਿਹੜਾ ਸਾਰਾ ਮਤਲਬ ਪੂਰਾ ਜਿਹਨੂੰ ਕਹਿੰਦੇ ਆ ਦਹਿਸ਼ਤ ਮਚਾ ਕੇ ਰੱਖੀ ਇਹਨਾਂ ਨੇ 25 ਸਾਲ ਤੱਕ 70 ਤੱਕ। ਜਦੋਂ ਜਿੱਥੇ ਆਉਂਦੇ ਫਿਰ ਪੂਰੀ ਤਰ੍ਹਾਂ ਇੱਕ ਔਰਗਨਾਈਜ਼ ਢੰਗ ਨਾਲ ਦੀ ਮੁਖਾਲਫਤ ਹੋਈ। ਵਿਗਿਆਨਕ ਖੋਜਾਂ ਆਈਆਂ ਕਿ ਕਿਸ ਢੰਗ ਦੇ ਨਾਲ ਜਿਹੜਾ ਬੋਤਲ ਦੇ ਨਾਲ ਨਕਲੀ ਦੁੱਧ ਪਿਆਉਣਾ ਡੱਬਿਆਂ ਵਾਲਾ ਜਾਂ ਗਾਂ ਦਾ, ਇਹ ਕਿਵੇਂ ਬੱਚਿਆਂ ਲਈ ਘਾਤਕ ਹੋ ਰਿਹਾ ਅਤੇ ਲੱਖਾਂ ਬੱਚੇ ਜਿਹੜੇ ਨੇ ਉਹ ਬਚਪਨ 'ਚ ਹੀ ਆਪਣਾ ਜਿਹੜਾ ਦਮ ਤੋੜ ਰਹੇ ਆ ਸਿਰਫ ਉਸ ਦੁੱਧ ਗਲਤ ਪਿਆਉਣ ਕਰਕੇ। ਤੋਂ ਬਾਅਦ 'ਚ ਫਿਰ ਇੱਕ ਮੂਵਮੈਂਟ ਚੱਲੀ ਜਿਹਦੇ 'ਚ ਮੈਂ ਵੀ ਸ਼ਾਮਿਲ ਸੀਗਾ ਕਿ ਕਿਵੇਂ ਸਭ ਤੋਂ ਪਹਿਲਾਂ ਮੈਂ ਮੈਡੀਕਲ ਪ੍ਰੋਫੈਸ਼ਨ 'ਚ ਐਂਟਰ ਹੋ ਰਿਹਾ ਸੀਗਾ ਤਾਂ ਉਦੋਂ ਅਸੀਂ ਮੂਵਮੈਂਟ ਚਲਾਈ ਸੀਗੀ ਕਿ ਮਾਂ ਦਾ ਦੁੱਧ ਹੀ ਸਭ ਤੋਂ ਉੱਤਮ ਦੁੱਧ ਹੁੰਦਾ। ਅਤੇ ਅੱਜ ਇਹ ਗੱਲ ਸਟੈਬਲਿਸ਼ ਹੋ ਚੁੱਕੀ ਹੈ, ਇਹ ਗੱਲ ਪ੍ਰੂਵ ਹੋ ਚੁੱਕੀ ਹੈ। ਅੱਜ ਹਰ ਡਾਕਟਰ ਜਿਹੜਾ ਉਹ ਕਹਿੰਦਾ, WHO ਖੁਦ ਕਹਿੰਦਾ ਕਿ ਮਾਂ ਦਾ ਦੁੱਧ ਹੀ ਸਭ ਤੋਂ ਉੱਤਮ ਦੁੱਧ ਹੈ। ਅਤੇ ਜਿਹੜਾ ਬੋਤਲ ਨਾਲ ਪਿਆਉਣਾ ਦੁੱਧ, ਨਕਲੀ ਦੁੱਧ ਪਿਆਉਣਾ, ਡੱਬੇ ਵਾਲਾ ਦੁੱਧ ਪਿਆਉਣਾ ਬਹੁਤ ਹੀ ਨਿਖਿੱਧ ਕੰਮ ਹੈ। ਨੰਬਰ ਦੂਜਾ ਝੂਠ ਉਹ ਵੀ ਮੇਰੇ ਬਚਪਨ ਦਾ ਮੈਨੂੰ ਯਾਦਾਂ ਨੇ ਕੁਛ। ਆਪਾਂ ਜਿਹੜੇ ਕੁਛ ਬਚਪਨ ਤੋਂ ਮੈਂ ਸੁਣਿਆ ਸੀ। ਮੈਂ ਜੇ ਬੱਚਾ ਜਿਹਾ ਸੀ ਅਤੇ ਡਾਲਡਾ ਘਿਓ ਆਇਆ ਸੀਗਾ ਉਦੋਂ। ਡਾਲਡਾ ਘਿਓ ਦਾ, ਡਾਲਡਾ ਤਾਂ ਕੰਪਨੀ ਦਾ ਨਾਂ ਸੀ ਵੈਸੇ। ਡਾਲਡੇ ਦਾ ਮਤਲਬ ਸੀ ਕਿ ਵਨਸਪਤੀ ਘੀ, ਯਾਨੀ ਕਿ ਅਸਲ 'ਚ ਤੇਲ ਸੀਗੇ ਵਨਸਪਤੀ ਦੇ, ਯਾਨੀ ਕਿ ਪੌਦਿਆਂ ਦੇ ਤੇਲਾਂ ਨੂੰ ਘਿਓ ਬਣਾਤਾ ਜਾਂਦਾ ਸੀ, ਘਿਓ ਦੀ ਸ਼ਕਲ ਦਿੱਤੀ ਜਾਂਦੀ ਸੀ। ਉਹਨੂੰ ਕਹਿੰਦੇ ਸੀ ਹਾਈਡਰੋਜਨੇਟਡ ਆਇਲਸ। ਅਸਲ 'ਚ ਤੇਲ ਸੀਗੇ ਜਿਹੜੇ ਕਿ ਜੰਮਦੇ ਨਹੀਂ ਸੀਗੇ, ਲੇਕਿਨ ਉਹਨਾਂ ਨੂੰ ਇੱਕ ਦੇਸੀ ਘਿਓ ਦਾ ਦੇ ਵਰਗਾ ਕਰਨ ਲਈ, ਦੇਸੀ ਘਿਓ ਵਰਗਾ ਕਰਨ ਲਈ ਉਹਨੂੰ ਕੈਮੀਕਲੀ ਟਰੀਟ ਕੀਤਾ ਜਾਂਦਾ ਸੀਗਾ, ਹਾਈਡਰੋਜਨੇਟ ਕੀਤਾ ਜਾਂਦਾ ਸੀਗਾ ਅਤੇ ਉਹ ਜੰਮਣ ਲੱਗ ਜਾਂਦੇ ਸੀਗੇ। ਖਾਸ ਕਰਕੇ ਸਰਦੀਆਂ 'ਚ ਬਹੁਤ ਉੱਦਾਂ ਹੀ ਜੰਮ ਜਾਂਦੇ ਸੀ ਜਿੱਦਾਂ ਦੇਸੀ ਘਿਓ ਹੁੰਦਾ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਡਾਲਡਾ ਘੀ ਵੀ ਬਿਲਕੁਲ ਉੱਦਾਂ ਦਾ ਬਣਾਤਾ ਉਹਨਾਂ ਨੇ ਜਿੱਦਾਂ ਦੇਸੀ ਘਿਓ ਦਾਣੇਦਾਰ ਜਿਹਾ ਹੁੰਦਾ। ਤਾਂ ਇਹ ਫੈਲਾਇਆ ਗਿਆ ਕਿ ਦੇਸੀ ਘਿਓ ਬਹੁਤ ਮਾੜਾ ਹੁੰਦਾ, ਇਹ ਬਹੁਤ ਬਿਮਾਰ ਕਰਦਾ। ਔਰ ਡਾਲਡਾ ਘੀ ਜਿਹੜਾ ਬਹੁਤ ਹੀ ਉੱਤਮ ਘੀ ਹੁੰਦਾ, ਇਹਦੇ ਅੰਦਰ ਉਹਨਾਂ ਨੇ ਵਿਟਾਮਿਨ A ਪਾਤਾ ਸੀ, ਵਿਟਾਮਿਨ D ਪਾਤਾ ਸੀ, ਸਪਲੀਮੈਂਟ ਕਰਤਾ ਉਹਨੂੰ। ਤਾਂ ਇਹ ਪੂਰੇ ਦਾ ਪੂਰਾ ਝੂਠ ਫੈਲਾਇਆ ਗਿਆ ਕਿ ਡਾਲਡਾ ਘੀ ਜਿਹੜਾ ਹੁੰਦਾ ਇਹ ਹੀ ਉੱਤਮ ਘੀ ਹੈ। ਔਰ ਅੱਜ ਇਹ ਪ੍ਰੂਵ ਹੋ ਚੁੱਕਾ ਕਿ ਡਾਲਡਾ ਘੀ ਸਭ ਤੋਂ ਨਿਖਿੱਧ ਘੀ ਹੈ। ਸਭ ਤੋਂ ਅਗਰ ਨੁਕਸਾਨਦੇਹ ਘੀ ਹੈਗਾ ਤਾਂ ਉਹ ਹੈਗਾ ਡਾਲਡਾ ਘੀ, ਔਰ ਜੇਕਰ ਸਭ ਤੋਂ ਅੱਛਾ ਘੀ ਹੈਗਾ ਤਾਂ ਉਹ ਹੈ ਦੇਸੀ ਘੀ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਹੈ ਬਹੁਤ ਵੱਡਾ ਝੂਠ ਫੈਲਾਇਆ ਗਿਆ, ਜਿਹੜਾ ਕਿ ਅੱਜ ਤੱਕ ਵੀ ਸਾਡੇ ਜਿੰਨੇ ਬਾਜ਼ਾਰ ਦੇ ਅੰਦਰ ਨਮਕੀਨ ਮਿਲ ਰਹੇ ਹੈ, ਜਿੰਨੇ ਸਮੋਸੇ ਬਣਦੇ ਹੈ, ਜਲੇਬੀਆਂ ਬਣਦੀਆਂ ਨੇ, ਰਸਗੁੱਲੇ ਬਣਦੇ ਆ, ਸਾਰੇ ਦੇ ਸਾਰੇ ਉਹ ਜਿਹੜੇ ਜਿਹੜਾ ਹਾਈਡਰੋਜਨੇਟਡ ਵੈਜੀਟੇਬਲ ਆਇਲ ਦੇ ਅੰਦਰ ਬਣਦੇ ਆ, ਜਿਹੜਾ ਕਿ ਸਭ ਤੋਂ ਨਿਖਿੱਧ ਮੰਨਿਆ ਜਾਂਦਾ, ਜਿਹੜਾ ਕਿ ਸਭ ਤੋਂ ਜ਼ਿਆਦਾ ਨੁਕਸਾਨਦੇਹ ਹੈ। ਇੱਕ ਜਿਹੜੀ ਮਿੱਥ ਹੈਗੀ ਹੈ ਕਿ ਜਿਹੜਾ ਹਾਰਟ ਅਟੈਕ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਕੋਲੈਸਟਰੋਲ ਹੈਗਾ ਜੀ ਅਤੇ ਬਲੱਡ ਪ੍ਰੈਸ਼ਰ ਹੈਗਾ ਜੀ, ਅਤੇ ਇਹਦੇ 'ਚ ਕੋਈ ਹੈ ਇਹਦਾ? ਬਿਲਕੁਲ, ਇਹ ਵੀ ਇੱਕ ਬਹੁਤ ਬੜਾ ਝੂਠ ਫੈਲਾਇਆ ਗਿਆ
ਇਹ ਬਹੁਤ ਵੱਡਾ ਝੂਠ ਫੈਲਾਇਆ ਗਿਆ। ਇਹ ਜਾ ਕੇ ਜਿਹੜਾ ਹੈ ਇੱਕ ਸਾਇੰਟਿਸਟ ਸੀਗਾ ਅੰਸਲ ਕੀਜ਼ ਨਾਂ ਦਾ, ਉਸ ਬੰਦੇ ਨੇ 22 ਮੁਲਕਾਂ ਦੀ ਰਿਸਰਚ ਕੀਤੀ ਅਤੇ 22 ਮੁਲਕਾਂ ਦੀ ਰਿਸਰਚ ਕਰਕੇ 7 ਮੁਲਕਾਂ ਦੇ ਰਿਜ਼ਲਟ ਦੇ ਦਿੱਤੇ ਕਿ ਵੀ ਜਿੱਥੇ ਕੋਲੈਸਟਰੋਲ ਜ਼ਿਆਦਾ ਹੁੰਦਾ ਉੱਥੇ ਹੀ ਹਾਰਟ ਅਟੈਕ ਜ਼ਿਆਦਾ ਹੁੰਦਾ। ਅਤੇ ਕੋਲੈਸਟਰੋਲ ਜਿਹੜਾ ਹੈ ਉਹ ਹਾਰਟ ਅਟੈਕ ਦਾ ਕਾਰਨ ਹੈ। ਕੋਲੈਸਟਰੋਲ ਨਹੀਂ ਖਾਣਾ ਤੁਸੀਂ ਤਾਂ ਫਿਰ ਦੇਸੀ ਘੀ ਨਾ ਖਾਓ, ਅਤੇ ਦੇਸੀ ਘੀ ਨਾ ਖਾਓ ਅਤੇ ਦੇਸੀ ਘੀ ਦੀਆਂ ਬਣੀਆਂ ਚੀਜ਼ਾਂ ਵੀ ਨਾ ਖਾਓ। ਤਾਂ ਕਿਤੇ ਨਾ ਕਿਤੇ ਉਹਦੇ ਨਾਲ ਜੋੜ ਕੇ ਸਾਰੇ ਦਾ ਸਾਰਾ ਸਮਾਜ ਐਂਟੀ ਫੈਟ ਕਰਤਾ ਕਿ ਚਰਬੀ ਖਾਣੀ ਜਿਹੜਾ ਹੈ ਉਹ ਬਹੁਤ ਹੀ ਮਾੜੀ ਚੀਜ਼ ਹੈ। ਚਰਬੀ ਵਾਲੀਆਂ ਅਤੇ ਤੇਲਾਂ ਵਾਲੀਆਂ ਚੀਜ਼ਾਂ ਜਿਹੜੀਆਂ ਖਾਣੀਆਂ ਮਾੜੀਆਂ। ਅਤੇ ਅੱਜ ਆਪਾਂ ਨੂੰ ਪਤਾ ਵੀ ਕਿਸ ਢੰਗ ਦੇ ਨਾਲ ਸਾਡੇ ਸਮਾਜ ਦੇ ਅੰਦਰ ਚੇਤਨਾ ਫੈਲੀ ਹੋਈ ਹੈ ਕਿ ਤੇਲਾਂ ਵਾਲੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨੁਕਸਾਨ ਕਰਦੀਆਂ ਨੇ, ਜਿਹੜਾ ਕਿ ਟੋਟਲੀ ਗਲਤ ਪ੍ਰੂਵ ਹੋ ਚੁੱਕਾ ਹੈ। ਤੇਲ ਗੁੱਡ ਆਇਲਸ ਜਿਹੜੇ ਨੇ ਅੱਛੇ ਹੁੰਦੇ ਆ ਖਾਣ ਨੂੰ, ਦੇ ਆਰ ਗੁੱਡ ਫॉर ਹੈਲਥ। ਔਰ ਅੱਜ ਇਹ ਪ੍ਰੂਵ ਹੋ ਚੁੱਕਾ ਹੈ ਕਿ ਕੋਲੈਸਟਰੋਲ ਕੋਈ ਮੁੱਦਾ ਨਹੀਂ ਹੈ। ਉਹ ਜਿਹੜਾ ਅੰਸਲ ਕੀਜ਼ ਨਾਂ ਦਾ ਜਿਹੜਾ ਡਾਕਟਰ ਸੀਗਾ, ਉਹ ਐਕਚੁਅਲੀ ਕਰਪਟ ਡਾਕਟਰ ਸੀਗਾ। ਉਹਨੇ ਸ਼ੂਗਰ ਲੌਬੀ ਤੋਂ ਪੈਸੇ ਲੈ ਕੇ ਉਹ ਜਿਹੜੇ 22 ਮੁਲਕਾਂ ਦੀ ਰਿਸਰਚ ਸੀਗੀ, ਜਿਹਦੇ 'ਚ 7 ਮੁਲਕਾਂ 'ਚ ਇਹ ਆਇਆ ਸੀਗਾ ਕਿ ਜਿੱਥੇ ਕੋਲੈਸਟਰੋਲ ਹਾਈ ਹੁੰਦੀ ਉੱਥੇ ਹਾਰਟ ਅਟੈਕ ਜ਼ਿਆਦਾ ਹੁੰਦੇ ਆ। 7 ਮੁਲਕਾਂ 'ਚ ਆਇਆ ਸੀ ਕਿ ਜਿੱਥੇ ਕੋਲੈਸਟਰੋਲ ਲੋ ਹੁੰਦੀ ਹੈ ਉੱਥੇ ਹਾਰਟ ਅਟੈਕ ਜ਼ਿਆਦਾ ਹੁੰਦੇ ਆ। ਅਤੇ ਬਾਕੀ 8 ਮੁਲਕਾਂ 'ਚ ਆਇਆ ਸੀ ਕੋਈ ਰਿਲੇਸ਼ਨਸ਼ਿਪ ਨਹੀਂ ਸੀਗਾ ਕਿ ਕੋਲੈਸਟਰੋਲ ਹਾਈ ਹੋਵੇ ਜਾਂ ਲੋ ਹੋਵੇ ਦਾ ਕੋਈ ਤਅੱਲਕ ਹੀ ਨਹੀਂ ਹੈ। ਤਾਂ ਅਲਟੀਮੇਟਲੀ ਹੁੰਦਾ ਅੱਜ ਇਹ ਸਿੱਧ ਹੋ ਚੁੱਕਿਆ ਅਤੇ FDA ਨੇ ਖੁਦ ਕਹਿ ਦਿੱਤਾ ਕਿ ਕੋਲੈਸਟਰੋਲ ਕੋਈ ਮੁੱਦਾ ਨਹੀਂ ਹੈ। ਜਿੰਨੀ ਮਰਜ਼ੀ ਕੋਲੈਸਟਰੋਲ ਖਾਓ, ਅੰਡੇ ਖਾਣੇ ਅੰਡੇ ਖਾਓ, ਮੁਰਗਾ ਖਾਣਾ ਮੁਰਗਾ ਖਾਓ, ਘੀ ਖਾਣਾ ਘੀ ਖਾਓ, ਕੋਈ ਸਿਹਤ ਨਾਲ, ਉਹਦਾ ਹਾਰਟ ਅਟੈਕ ਨਾਲ ਉਹਦੇ ਨਾਲ ਕੋਈ ਤਅੱਲਕ ਨਹੀਂ ਹੈ। ਤਾਂ ਇਹ ਬਹੁਤ ਵੱਡਾ ਝੂਠ ਹੈ ਜਿਹੜਾ 45 ਸਾਲ ਤੱਕ ਪੂਰੀ ਮਨੁੱਖਤਾ ਬੇਵਕੂਫ ਬਣਾਈ ਗਈ। ਇੱਕ ਜਿਹੜਾ ਮਿੱਥ ਇਹ ਵੀ ਮਿੱਥ ਹੈ ਜੀ ਕਿ ਜਿਹੜਾ ਪੁਰਾਣੀਆਂ ਅਤੇ ਲਾ ਇਲਾਜ ਬਿਮਾਰੀਆਂ ਨੇ ਉਹਨਾਂ ਨੂੰ ਸਿਰਫ ਮੈਨੇਜ ਕੀਤਾ ਜਾ ਸਕਦਾ, ਉਹਨਾਂ ਦਾ ਇਲਾਜ ਨਹੀਂ ਹੋ ਸਕਦਾ। ਬਿਲਕੁਲ, ਤਾਂ ਬਹੁਤ ਹੀ ਵੱਡਾ ਝੂਠ ਹੈ। ਮੈਂ ਕਿਹਾ ਸਭ ਝੂਠਾਂ ਦਾ ਸਰਦਾਰ ਝੂਠ ਹੈ ਇਹ ਕਿ ਸਾਨੂੰ ਮੈਡੀਕਲ ਪ੍ਰੋਫੈਸ਼ਨ ਦੇ ਅੰਦਰ ਜਿੰਨੀਆਂ ਪੁਰਾਣੀਆਂ ਬਿਮਾਰੀਆਂ ਨੇ ਸਾਰਿਆਂ ਨੂੰ ਲਾ ਇਲਾਜ ਘੋਸ਼ਿਤ ਕਰਤਾ ਹੋਇਆ ਕਿ ਲਾ ਇਲਾਜ ਨੇ, ਉਹ ਇਲਾਜ ਨਹੀਂ ਹੁੰਦਾ। ਤੁਸੀਂ ਗਿਣ ਲਓ, ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ, ਸੋ ਕਾਲਡ ਇਹਨੂੰ ਹਾਈ ਕੋਲੈਸਟਰੋਲ ਕਹਿੰਦੇ ਆ, ਜਿਹੜੀ ਕਿ ਬਲੱਡ ਫੈਟਸ ਵੱਧ ਜਾਂਦੇ ਆ। ਉਸ ਤੋਂ ਬਾਅਦ ਆਟੋਇਮਿਊਨ ਡਿਸਆਰਡਰਸ, ਐਲਰਜੀਆਂ, ਐਸਥਮਾ, ਤੁਹਾਡੇ ਜੁਆਇੰਟਸ ਦੀਆਂ ਪ੍ਰੋਬਲਮਸ, ਹੱਡੀਆਂ ਜੋੜਾਂ ਦੀਆਂ ਸਮੱਸਿਆਵਾਂ, ਸਕੈਟਰੀ ਦੀਆਂ ਸਮੱਸਿਆਵਾਂ। ਕੋਈ ਦੁਨੀਆ ਦੀ ਕੋਈ ਇਹੋ ਜਿਹੀ ਬਿਮਾਰੀ ਨਹੀਂ ਹੈ। ਸ਼ੂਗਰ ਤਾਂ ਹੈ ਹੀ ਹੈ, ਸ਼ੂਗਰ ਅਤੇ BP ਤਾਂ ਮੁੱਖ ਨੇ ਉਹਦੇ 'ਚ। ਅਤੇ ਵੀ ਇਹ ਕਿਹਾ ਜਾਂਦਾ ਵੀ ਇਹ ਕੋਈ ਇਲਾਜ ਲੂਜ ਨਹੀਂ ਹੋਣਾ ਦਾ, ਤੁਸੀਂ ਇਲਾਜ ਨਹੀਂ ਕਰਾਉਣਾ, ਸਾਰੀ ਉਮਰ ਤੁਹਾਡੇ ਨਾਲ ਹੀ ਰਹਿਣਗੀਆਂ, ਤੁਸੀਂ ਗੋਲੀਆਂ ਖਾਈ ਜਾਓ ਅਤੇ ਆਪਣਾ ਜ਼ਿੰਦਗੀ ਦਾ ਦਿਨ ਕੱਟੀ ਕਰੀ ਜਾਓ ਅਤੇ ਇਹਨਾਂ ਨੂੰ ਮੈਨੇਜ ਕਰੋ। ਮੈਨੇਜ ਯੂਅਰ ਡਿਜ਼ੀਜ਼ਸ। ਇਹ ਡਿਜ਼ੀਜ਼ ਮੈਨੇਜਮੈਂਟ ਹੈ, ਹੈਲਥ ਮੈਨੇਜਮੈਂਟ ਨਹੀਂ ਹੈ, ਡਿਜ਼ੀਜ਼ ਮੈਨੇਜਮੈਂਟ ਹੈ। ਅੱਜ ਉਹ ਹੁੰਦੇ ਅਲਟੀਮੇਟਲੀ ਚਾਈਨਾ ਸਟੱਡੀ ਤੋਂ ਬਾਅਦ ਇਹ ਪ੍ਰੂਵ ਹੋ ਗਿਆ ਕਿ ਜਿੰਨੀਆਂ ਵੀ ਬਿਮਾਰੀਆਂ ਨੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਰਿਵਰਸੀਬਲ ਨੇ। ਅਸੀਂ ਕਿਉਰੇਬਲ ਵਰਡ ਨਹੀਂ ਯੂਜ਼ ਕਰਦੇ, ਡਰਦੇ, ਕਿਉਂਕਿ ਇਹਨਾਂ ਨੇ ਕਾਨੂੰਨ ਬਣਾ ਰੱਖਿਆ, ਇੱਕ ਬੜਾ ਪੁਰਾਣਾ ਕਾਨੂੰਨ ਹੈ ਕਿ ਤੁਸੀਂ ਇਨਕਿਉਰੇਬਲ ਡਿਜ਼ੀਜ਼ ਨੂੰ ਅਗਰ ਕਿਉਰੇਬਲ ਕਹੋਗੇ ਤਾਂ ਤੁਹਾਡੇ 'ਤੇ ਕੇਸ ਦਰਜ ਹੋ ਜਾਏਗਾ ਕਿ ਤੁਸੀਂ ਜਿਹੜਾ ਉਹ ਝੂਠ ਪ੍ਰਚਾਰ ਰਹੇ ਹੋ। ਅਸੀਂ ਕਹਿੰਦੇ ਨਹੀਂ ਕਿਉਰੇਬਲ। ਮੈਜਿਕ ਰੈਮਡੀਜ਼ ਜਿਹੜਾ ਐਕਟ ਜਿਹੜਾ, ਹਾਂ, ਮੈਜਿਕ ਰੈਮਡੀਜ਼ ਐਕਟ ਹੈ, ਪਰ ਉਹ ਲਾਗੂ ਹੁੰਦਾ ਉੱਥੇ ਜਿੱਥੇ ਕੋਈ ਬੰਦਾ ਕਹੇ ਕਿ ਮੇਰੀ ਦਵਾਈ ਨਾਲ, ਨਹੀਂ ਮੇਰੀ ਦਵਾਈ ਨਾਲ, ਅਸੀਂ ਦਵਾਈ ਨਾਲ ਤਾਂ ਕਹਿ ਨਹੀਂ ਰਹੇ, ਇਸ 'ਤੇ ਕਹਿੰਦੇ ਆਪਣਾ ਲਾਈਫ ਸਟਾਈਲ ਬਦਲੋ, ਖਾਣਾ ਪੀਣਾ ਬਦਲੋ, ਉਹਦੇ ਨਾਲ ਤੁਹਾਡੀਆਂ ਜਿਹੜੀਆਂ ਬਈ ਬਿਮਾਰੀਆਂ ਨੇ ਰਿਵਰਸੀਬਲ ਨੇ, ਯਾਨੀ ਕਿ ਫਿਰ ਵਾਪਸ ਠੀਕ ਹੋ ਜਾਣਗੀਆਂ। ਗੱਲ ਉਹੀ ਹੈ। ਲੇਕਿਨ ਉਹ ਜਿੰਨੇ ਸਾਡੇ ਅਸੀਂ ਡਾਈਟ 'ਤੇ ਕੰਮ ਕਰ ਰਹੇ ਡਾਕਟਰ, ਅਸੀਂ ਜਿੰਨੇ ਵੀ ਸਾਇੰਟਿਸਟ ਹੋਰ ਬੰਦੇ ਕੰਮ ਕਰ ਰਹੇ ਹਾਂ, ਸਾਨੂੰ ਇਹ ਮਜਬੂਰੀ ਬਸ ਇੱਕ ਲਫ਼ਜ਼ ਵਰਤਣਾ ਪੈ ਰਿਹਾ, ਰਿਵਰਸੀਬਲ, ਕਿ ਇਹ ਬਿਮਾਰੀਆਂ ਰਿਵਰਸੀਬਲ ਨੇ। ਕਿਉਂਕਿ ਕਿਉਰੇਬਲ ਕਹਾਂਗੇ ਤਾਂ ਕੱਲ੍ਹ ਨੂੰ ਇਹ ਸਾਡੀਆਂ ਰਿਕਾਰਡਿੰਗ ਪੇਸ਼ ਕਰ ਦੇਣਗੇ, ਦੇਖੋ ਜੀ ਇਹ ਅਸੀਂ ਤਾਂ ਕਹਿੰਦੇ ਹਾਂ WHO ਤਾਂ ਕਹਿੰਦਾ ਹੈ ਕਿ ਇਨਕਿਉਰੇਬਲ ਨੇ, ਇਹ ਕਹਿੰਦੇ ਕਿਉਰੇਬਲ ਨੇ। ਅਸੀਂ ਕਹਿੰਦੇ ਹਾਂ ਨਹੀਂ ਕਹਿਣਾ ਕਿਉਰੇਬਲ, ਨਾ ਕਹੋ, ਤੁਸੀਂ ਰਿਵਰਸੀਬਲ ਨੇ, ਯਾਨੀ ਕਿ ਉਹ ਬਿਮਾਰੀਆਂ ਜਿਹੜੀਆਂ ਨੇ ਜੜ੍ਹ ਤੋਂ ਠੀਕ ਕੀਤੀਆਂ ਜਾ ਸਕਦੀਆਂ ਨੇ। ਯਾਨੀ ਕੰਨ ਘੁਮਾ ਕੇ ਫੜ ਲਿਆ। ਹਾਂ, ਤਾਂ ਇਹ ਅੱਜ ਸਾਰਾ ਜਿਹੜਾ ਮਿੱਥ ਬਲਾਸਟ ਹੋ ਚੁੱਕਿਆ। ਅਤੇ ਸ਼ੂਗਰ ਜਿਹੜੀ ਹੈ ਕਿਉਰੇਬਲ ਹੈ, ਜਿਹੜਾ BP ਹੈ ਉਹ ਰਿਵਰਸੀਬਲ ਹੈ, ਵੇਟ ਮੋਟਾਪਾ ਹੈ, ਜਿਸ ਮੋਟਾਪੇ ਲਈ ਐਡਾ ਇਹ ਘਟੀਆ ਇਲਾਜ ਕਰਦੇ ਆ ਕਿ ਬੰਦੇ ਦਾ ਪੇਟ ਕੱਟ ਦਿੰਦੇ। ਪਹਿਲਾਂ ਤਾਂ ਤੁਹਾਨੂੰ ਪਤਾ ਸਰਜਰੀ ਕੀ ਕਰਦੇ ਹੈ, ਬੰਦੇ ਦਾ ਪੇਟ ਹੀ ਕੱਟ ਦਿੰਦੇ ਆ ਤਾਂ ਕਿ ਪੇਟ ਬੰਦੇ ਦਾ ਅੱਧਾ ਰਹਿ ਜੇ, ਉਹ ਖਾ ਹੀ ਅੱਧਾ ਸਕੇ, ਅਤੇ ਤਾਂ ਕਿ ਉਹ ਬੰਦਾ ਭੁੱਖਾ ਰਹਿ ਕੇ ਉਹ ਵੇਟ ਉਹਦਾ ਘਟ ਜੇ। ਕਿਹੜੀ ਸਰਜਰੀ ਨੇ? ਬ੍ਰੌਂਕਾਈਟਸ? ਨਹੀਂ ਉਹਦਾ ਕੋਈ ਹੋਰ ਨਾਮ, ਮੇਰਾ ਨਾਂ ਨਹੀਂ ਆ ਰਿਹਾ ਦਿਮਾਗ 'ਚ। ਉਹਦੇ ਨਾਲ ਪੇਟ ਕੱਟ ਦਿੰਦੇ, ਉਹਦਾ ਪੇਟ ਹੀ ਹਾਫ ਕੱਟ ਦਿੰਦੇ ਆ ਤਾਂ ਕਿ ਉਹਦਾ ਪੇਟ ਅੱਧਾ ਰਹਿ ਜੇ, ਅਤੇ ਉਹ ਖਾਣਾ ਖਾਏਗਾ ਜਦੋਂ ਪੇਟ ਥਾਂ ਹੀ ਨਹੀਂ ਹੈ ਤਾਂ ਉਹ ਬੰਦੇ ਨੂੰ ਲੱਗਣ ਲੱਗ ਜਾਏਗਾ ਇੱਕ ਫੁਲਕਾ 2 ਫੁਲਕੇ ਖਾ ਕੇ ਮੈਂ ਤਾਂ ਰੱਜ ਗਿਆ। ਤਾਂ ਉਹ ਬਾਅਦ 'ਚ ਕੀ ਹੋਏਗਾ ਕਿ ਉਹ ਬੰਦੇ ਦੇ ਅੰਦਰ ਇੰਨੀਆਂ ਘਾਟਾਂ ਆ ਜਾਣਗੀਆਂ, ਇੰਨੀਆਂ ਜਿਹੜੀਆਂ ਖੁਰਾਕੀ ਤੱਤਾਂ ਦੀ ਘਾਟਾਂ ਪੈ ਜਾਣਗੀਆਂ ਕਿ ਬੰਦਾ ਮਰ ਜਾਏਗਾ।
ਔਰ ਅਜੇ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਜਿੰਨੇ ਬੰਦੇ ਉਹ ਸਰਜਰੀ ਕਰਵਾਉਂਦੇ ਆ ਸਾਰੇ ਦੇ ਸਾਰੇ ਖੁਰਾਕੀ ਕਮੀਆਂ ਕਾਰਨ ਜਲਦੀ ਮਰਦੇ ਆ। ਉਲਟਾ ਪਤਲੇ ਤਾਂ ਹੋ ਜਾਂਦੇ ਆ ਲੇਕਿਨ ਮਰਦੇ ਜਲਦੀ ਨੇ, ਬਚਦੇ ਨਹੀਂ ਹੈ। ਤਾਂ ਉਹ ਇਹੋ ਜਿਹੀਆਂ ਬਿਮਾਰੀਆਂ 'ਤੇ ਇਹੋ ਜਿਹੇ ਇਲਾਜ ਕਰ ਰੱਖੇ। ਅਤੇ ਜਿਹੜਾ ਦੂਜਾ ਇਲਾਜ ਹੈ ਸਾਡਾ ਡਾਈਟ ਨਾਲ ਹੈ। ਅਸੀਂ ਡਾਈਟ ਨਾਲ ਕਹਿੰਦੇ ਵੀ ਪੱਕਾ ਸ਼ਰਤੀ ਇਲਾਜ ਹੈ, ਕੋਈ ਚੱਕਰ ਨਹੀਂ। ਜਿੰਨਾ ਮਰਜ਼ੀ ਮੋਟਾ ਹੋਵੇ ਬੰਦਾ, ਉਹ ਜਿਹੜਾ 3-4-5 ਕਿਲੋ ਹਰ ਮਹੀਨੇ ਘਟੀ ਜਾਂਦਾ ਵੇਟ, ਅਤੇ ਅਲਟੀਮੇਟਲੀ ਵੇਟ ਨਾਰਮਲ ਹੋ ਜਾਂਦਾ। ਤਾਂ ਇਸ ਤਰ੍ਹਾਂ ਆਟੋਮਿਊਨ ਡਿਸਆਰਡਰ ਨੇ, ਸਕਿਨ ਦੀਆਂ ਬਿਮਾਰੀਆਂ ਨੇ, ਈਵਨ ਕੈਂਸਰਸ ਜਿਹੜੇ ਨੇ। ਹਾਲਾਂਕਿ ਕੈਂਸਰ ਬਾਰੇ ਕਮੈਂਟ ਕਰਨਾ ਥੋੜ੍ਹਾ ਜਿਹਾ ਔਖਾ ਹੈ ਕਿਉਂਕਿ ਕੈਂਸਰ ਦੇ ਲੰਬੇ ਚੌੜੇ ਬਹੁਤ ਨੇ। ਤਾਂ ਕੈਂਸਰ ਬਾਰੇ ਵੀ ਆਪਾਂ ਕਹਿ ਸਕਦੇ ਹਾਂ ਕਿ ਅਗਰ ਸਾਲ ਮਿਲ ਜਾਵੇ ਇਸ ਡਾਈਟ ਨੂੰ ਕੰਮ ਕਰਨ ਲਈ, ਅਗਰ ਲਾਈਫ ਸਟਾਈਲ ਦੇ ਜਿਹੜਾ, ਤਾਂ ਕੈਂਸਰ ਵੀ ਜਿਹੜਾ ਉਹ ਔਰ ਪ੍ਰੀਵੈਂਸ਼ਨ ਵਾਸਤੇ ਇਹ ਜਿਹੜਾ ਬੰਦਾ ਇਸ ਡਾਈਟ 'ਤੇ ਹੋਏਗਾ ਉਹਨੂੰ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਹ ਡਾਈਟ ਜਿਹੜੀ ਹੈ ਕੈਂਸਰ ਹੋਣੀ ਨਹੀਂ ਦਿੰਦੀ। ਚਾਹੇ ਉਹਦੇ ਹੈਰੀਡਿਟਰੀ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਹੈਰੀਡਿਟਰੀ ਕੋਈ ਖਾਸ ਹੁੰਦੀ ਨਹੀਂ ਕੈਂਸਰ ਦੇ ਅੰਦਰ। ਕੈਂਸਰ ਦੇ ਅੰਦਰ ਜੈਨੇਟਿਕ ਮਿਊਟੇਸ਼ਨਸ ਹੁੰਦੀਆਂ ਨੇ, ਬਹੁਤੀਆਂ ਇਨਵਾਇਰਮੈਂਟਲ ਇੰਡਿਊਸਡ ਨੇ ਜਾਂ ਫੂਡ ਇੰਡਿਊਸਡ ਨੇ, ਉਹਦਾ ਕੋਈ ਨਾ ਕੋਈ ਕਾਰਨ ਨੇ। ਪਰ ਡਰ ਤਾਂ ਮਿੱਥ ਤਾਂ ਇਹ ਵੀ ਬਣਿਆ ਹੋਇਆ ਵੀ ਜਿਹੜਾ ਹੈਰੀਡਿਟਰੀ ਜਿਹੜੀ ਹੈ ਉਹ ਕੈਂਸਰ ਹੈਗੀ ਹੈ ਅਤੇ ਅੱਗੇ ਵੀ ਜਾਏਗੀ। ਨਹੀਂ, ਹੈਰੀਡਿਟਰੀ ਵਾਲੇ ਮਿੱਥ ਜਿਹੜਾ ਹੁਣ ਉਹ ਬਲਾਸਟ ਹੋ ਚੁੱਕਿਆ ਵੀ ਹੈਰੀਡਿਟਰੀ ਕੋਈ ਨਹੀਂ ਹੈ। ਇਹ ਜਾਂ ਤਾਂ ਹਵਾ 'ਚ ਕੁਛ ਨਾ ਕੁਛ ਗੰਦਾ ਹੁੰਦਾ, ਜਾਂ ਪਾਣੀ 'ਚ ਹੁੰਦਾ, ਜਾਂ ਫੂਡ 'ਚ ਹੁੰਦਾ, ਜਾਂ ਕਿਤੇ ਤੁਹਾਡੇ ਲਾਈਫ ਸਟਾਈਲ ਜਿੱਦਾਂ ਦਾ ਕੁਛ ਹੈ ਕਿ ਤੁਹਾਡੀ ਬਾਡੀ ਦੀ ਇਮਿਊਨਿਟੀ ਜਿਹੜੀ ਹੈ, ਕਿਉਂਕਿ ਕੈਂਸਰ ਸੈੱਲ ਸਾਡੇ ਅੰਦਰ ਬਣਦੇ ਰਹਿੰਦੇ ਆ ਐਟ ਏ ਟਾਈਮ। ਇਟਸ ਵੈਲ ਨੋਨ ਕਿ 10 ਕਿਸਮ ਦੇ ਕੈਂਸਰ ਸਾਡੇ ਸਰੀਰ 'ਚ ਹੁੰਦੇ ਆ। 10 ਕਿਸਮ ਦੇ ਕੈਂਸਰ ਸੈੱਲ ਹਰ ਬੰਦੇ ਦੇ ਸਰੀਰ 'ਚ ਹੁੰਦੇ ਆ, ਲੇਕਿਨ ਕੈਂਸਰ ਦੀ ਬਿਮਾਰੀ ਨਹੀਂ ਬਣਦੇ। ਉਹ ਬਿਮਾਰੀ ਉਦੋਂ ਬਣਦੇ ਆ ਜਦੋਂ ਸਾਡੇ ਆਪਣੇ ਸੈੱਲ ਕਮਜ਼ੋਰ ਹੋ ਜਾਂਦੇ ਆ, ਸਾਡਾ ਆਪਣਾ ਸਰੀਰ ਕਮਜ਼ੋਰ ਹੋ ਜਾਂਦਾ ਅਤੇ ਉਹ ਉਹਨਾਂ ਸੈੱਲਾਂ ਨੂੰ ਮਾਰ ਨਹੀਂ ਸਕਦਾ। ਅੱਛਾ, ਇੱਕ ਡਾਕਟਰ ਸਾਹਿਬ ਜਿਹੜੀ ਮਿੱਥ ਜਿਹੜੀ ਹੈਗੀ ਆ, ਕੋਈ ਵੇਲਾ ਸੀ ਜਦੋਂ ਆਪਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਜਿਹੜਾ ਉਹ ਸ਼ੱਕਰ ਅਤੇ ਗੁੜ ਦੀ ਜਿਹੜੀ ਚਾਹ ਪੀਤੀ ਜਾਂਦੀ ਸੀ, ਅਤੇ ਕੋਈ ਫਿਰ ਸਮਾਂ ਆਇਆ ਤਾਂ ਕਹਿੰਦੇ ਜੀ ਚੀਨੀ ਬਹੁਤ ਵਧੀਆ ਹੈਗੀ ਹੈ, ਅਤੇ ਇਹ ਚੀਨੀ ਕਿਸ ਤਰ੍ਹਾਂ ਕਬਜ਼ਾ ਕਰ ਗਈ ਫਿਰ? ਕਿਹੜਾ ਇਹ ਵੀ ਮੇਰੇ ਬਚਪਨ ਦੀਆਂ ਯਾਦਾਂ ਨੇ ਕਿ ਜਦੋਂ ਅਸੀਂ ਗੁੜ ਦੀ ਚਾਹ ਪੀਂਦੇ ਹੁੰਦੇ ਸੀਗੇ ਤਾਂ ਉਦੋਂ ਚੀਨੀ ਆਈ ਸੀਗੀ। ਤਾਂ ਚੀਨੀ ਜਿਹੜੀ ਕੋਈ ਚੀਨੀ ਨਹੀਂ ਖਾਂਦਾ ਹੁੰਦਾ ਪਿੰਡ ਦਾ ਬੰਦਾ। ਅੱਜ ਵੀ ਮੈਨੂੰ ਯਾਦ ਹੈ ਕਿ ਚੀਨੀ ਦੀ ਚਾਹ ਪ੍ਰਾਹੁਣਿਆਂ ਨੂੰ ਪਿਆਉਂਦੇ ਹੁੰਦੇ ਸੀਗੇ। ਜਦੋਂ ਕੋਈ ਪ੍ਰਾਹੁਣਾ ਹੁੰਦਾ ਸੀ ਉਹਨੂੰ ਕਹਿੰਦੇ ਪੱਕੇ ਮਿੱਠੇ ਦੀ ਚਾਹ ਪਿਆਓ ਇਹਨੂੰ, ਅਤੇ ਉਹਨੂੰ ਗੁੜ ਨੂੰ ਕਹਿੰਦੇ ਸੀ ਕੱਚਾ ਮਿੱਠਾ। ਇਹ ਸਾਡੀ ਪੰਜਾਬੀ ਦੀ ਸ਼ਬਦਾਵਲੀ ਸੀ ਪਿੰਡਾਂ ਦੀ। ਅਤੇ ਅਸੀਂ ਗੁੜ ਦਾ ਜਿਹੜਾ ਚਾਟੀ ਵਾਲਾ ਦੁੱਧ ਸੀਗਾ ਹਾਰੇ ਵਾਲਾ, ਉਹ ਸਾਰਾ ਬਚਪਨ ਪੀਤਾ। ਅਤੇ ਉਹ ਘੋਲਦੇ ਵੀ ਨਹੀਂ ਸੀ ਹੁੰਦੇ, ਗੁੜ ਦੀ ਡਲੀ ਹੱਥ 'ਚ ਫੜ ਲੈਂਦੇ ਹੁੰਦੇ ਸੀਗੇ, ਨਾਲ ਦੁੱਧ ਪੀ ਜਾਂਦੇ ਸੀ, ਨਾਲ ਗੁੜ ਦਾ ਚੱਕ ਮਾਰੀ ਜਾਂਦੇ ਹੁੰਦੇ ਸੀਗੇ। ਤਾਂ ਉਹ ਇੱਦਾਂ ਦਾ ਸਾਰਾ ਸੀਸਾ ਸਿਸਟਮ। ਅਤੇ ਉਸ ਤੋਂ ਬਾਅਦ ਚੀਨੀ ਆ ਗਈ। ਕਿਹਾ ਗਿਆ ਕਿ ਚੀਨੀ ਜਿਹੜੀ ਹੁੰਦੀ ਹੈ ਇਹ ਜ਼ਿਆਦਾ ਸਿਹਤਮੰਦ ਹੁੰਦੀ ਹੈ, ਅਤੇ ਗੁੜ ਜਿਹੜਾ ਹੁੰਦਾ ਉਹ ਸਿਹਤ ਲਈ ਹਾਨੀਕਾਰਕ ਹੁੰਦਾ। ਅੱਜ ਉਹ ਬਿਲਕੁਲ ਉਲਟ ਪ੍ਰੂਵ ਹੋ ਚੁੱਕਾ ਕਿ ਜਿਹੜੀ ਚੀਨੀ ਉਹ ਵਾਈਟ ਪੋਇਜ਼ਨ, ਸਿੱਧਾ ਡਾਇਰੈਕਟਲੀ ਇਹਨੂੰ ਕਹਿਤਾ ਗਿਆ ਕਿ ਇਟਸ ਏ ਵਾਈਟ ਪੋਇਜ਼ਨ, ਕਿ ਚਿੱਟਾ ਜ਼ਹਿਰ ਹੈ ਇਹ। ਤਾਂ ਇਹ ਵਿਦ ਪ੍ਰੂਫ ਕਿਹਾ ਗਿਆ ਹੈ। ਕੋਈ ਇਹ ਨਹੀਂ ਵੀ ਜਸਟ ਹੀਅਰ ਸੇ 'ਤੇ ਬੇਸਡ ਹੈ, ਉਹਦਾ ਪੂਰਾ ਸਾਇੰਟੀਫਿਕ ਲੌਜਿਕ ਹੈ ਕਿ ਕਿਉਂ ਵਾਈਟ ਪੋਇਜ਼ਨ ਹੈ। ਅਤੇ ਗੁੜ ਅਤੇ ਸ਼ੱਕਰ ਉਹਦੇ ਮੁਕਾਬਲੇ ਦੇ ਅੰਦਰ ਜਿਹੜੇ ਨੇ ਉਹ ਨੁਕਸਾਨ ਨਹੀਂ ਕਰਦੇ ਕਿਉਂਕਿ ਉਹ ਬੈਲੈਂਸ ਨੇ ਅਤੇ ਉਹ ਉਹਨਾਂ ਨੁਕਸਾਨ ਨਹੀਂ ਕਰਦੇ। ਸੋ ਅੱਜ ਫਿਰ ਜਿਹੜੇ ਲੋਕ ਨੇ ਗੁੜ ਅਤੇ ਸ਼ੱਕਰ ਦੇ ਉੱਪਰ ਸ਼ਿਫਟ ਕਰ ਰਹੇ ਆ। ਅੱਜ ਆਪਾਂ ਜਾਣਦੇ ਹਾਂ ਕਿ ਗੁੜ ਸ਼ੱਕਰ ਜਿਹੜਾ ਉਹ ਚੀਨੀ ਨਾਲੋਂ 3 ਗੁਣਾ ਜ਼ਿਆਦਾ ਮਹਿੰਗਾ ਮਿਲ ਰਿਹਾ, ਤਾਂ ਉਹ ਫਿਰ ਵੀ ਲੋਕ ਲੈ ਰਹੇ ਆ। ਤਾਂ ਅੱਜ ਲੋਕ ਲੱਭਦੇ ਫਿਰਦੇ ਸਾਨੂੰ ਅੱਛਾ ਗੁੜ ਅੱਛਾ ਸ਼ੱਕਰ ਮਿਲ ਜਾਵੇ। ਅੱਛਾ, ਇੱਕ ਗੱਲ ਜਿਹੜੀ ਹੈਗੀ ਆ ਕਿ ਕੀ ਸ਼ੂਗਰ ਵਾਲਾ ਬੰਦਾ ਵੀ ਜਿਹੜਾ ਗੁੜ ਅਤੇ ਸ਼ੱਕਰ ਲੈ ਸਕਦਾ ਹੈ? ਹਾਂ, ਥੋੜ੍ਹਾ ਸੀਮਿਤ ਮਾਤਰਾ 'ਚ, ਬਹੁਤ ਜ਼ਿਆਦਾ ਨਹੀਂ ਲੈਣਾ ਚਾਹੀਦਾ। ਚੀਨੀ ਬਿਲਕੁਲ ਨਹੀਂ ਲੈਣੀ ਚਾਹੀਦੀ ਕਿਉਂਕਿ ਚੀਨੀ ਦਾ ਸਿੱਧੀ ਖੂਨ 'ਚ ਜਾਂਦੀ ਹੈ ਔਰ ਇੱਕਦਮ ਚੱਕ ਦਿੰਦੀ ਹੈ ਸ਼ੂਗਰ ਨੂੰ। ਗੁੜ ਅਤੇ ਸ਼ੱਕਰ ਥੋੜ੍ਹਾ ਜਿਹਾ ਸਲੋ ਕਰਦੇ ਆ। ਔਰ ਸਾਡੇ ਦੇਖੋ ਪੁਰਾਣੇ ਬਜ਼ੁਰਗ ਹੁੰਦੇ ਸੀਗੇ, ਉਹ ਕਿੰਨੇ ਸਿਆਣੇ ਸੀਗੇ, ਉਹ ਸ਼ੱਕਰ 'ਚ ਘਿਓ ਪਾ ਕੇ ਖਾਂਦੇ ਹੁੰਦੇ ਸੀ। ਜੀ, ਤੁਹਾਡੇ ਮੂੰਹ 'ਚ ਘੀ ਸ਼ੱਕਰ ਜਿਹੜਾ ਹੁੰਦਾ ਸੀਗਾ, ਘੀ ਅਤੇ ਸ਼ੱਕਰ ਸਾਡੀ ਰੋਟੀ ਦੇ ਅੰਦਰ ਜਦੋਂ ਕੋਈ ਮਹਿਮਾਨ ਆਉਂਦਾ ਸੀਗਾ ਤਾਂ ਅਖੀਰ 'ਚ ਉਹਦਾ ਜਿਹੜਾ ਅਖੀਰਲਾ ਫੁਲਕਾ ਹੁੰਦਾ ਸੀਗਾ ਉਹ ਸਵੀਟ ਡਿਸ਼ ਦੇ ਤੌਰ 'ਤੇ ਉਹ ਹੁੰਦਾ ਸੀ ਘੀ ਵਾਲੀ ਸ਼ੱਕਰ ਨਾਲ, ਕਿ ਅਖੀਰਲਾ ਫੁਲਕਾ ਘੀ ਵਾਲੀ ਸ਼ੱਕਰ ਨਾਲ ਖਾਏਗਾ ਕਿ ਉਹਦਾ ਮੂੰਹ ਵੀ ਨਾਲ ਜਿਹੜਾ ਨਮਕੀਨ ਅਤੇ ਮਸਾਲੇਦਾਰ ਹੋਇਆ ਉਹ ਵੀ ਠੀਕ ਹੋ ਜਾਏਗਾ, ਅਤੇ ਫੂਡ ਆ ਉਹ ਬਹੁਤ ਅੱਛਾ। ਤਾਂ ਕੀ ਕਰਦਾ ਸੀਗਾ ਕਿ ਉਹ ਜਿਹੜੀ ਸਾਡੀ ਸ਼ੂਗਰ ਦੀ ਇੱਕਦਮ ਖੂਨ 'ਚ ਜਾਣ ਦੀ ਸੀਗੀ ਕੋਸ਼ਿਸ਼ ਜਾਂ ਜਿਹੜੀ ਸੰਭਾਵਨਾ ਸੀ ਉਹਨੂੰ ਖਤਮ ਕਰ ਦਿੰਦਾ ਸੀਗਾ। ਤਾਂ ਘੀ ਜਿਹੜਾ ਇਹ ਬਹੁਤ ਹੀ ਵਧੀਆ ਇੱਕ ਕਿਸਮ ਦਾ ਸ਼ੂਗਰ ਦਾ ਅਤੇ ਘੀ ਦਾ ਜਿਹੜਾ ਸ਼ੂਗਰ ਵਾਲੀ ਚੀਜ਼ਾਂ, ਕਾਰਬੋਹਾਈਡਰੇਟ ਵਾਲੀ ਚੀਜ਼ਾਂ ਅਤੇ ਫੈਟ ਵਾਲੀ ਚੀਜ਼ਾਂ ਦਾ ਸੰਤੁਲਨ ਜਿਹੜਾ ਉਹ ਬਹੁਤ ਜ਼ਰੂਰੀ ਹੈ, ਅਤੇ ਉਹ ਸੰਤੁਲਨ ਨੂੰ ਬਣਾ ਕੇ ਰੱਖਦਾ ਸੀਗਾ। ਅਤੇ ਇੱਕ ਜਿਹੜਾ ਅੱਜ ਕੱਲ੍ਹ ਜਿਹੜਾ ਹੱਡੀਆਂ ਦੀ ਬਿਮਾਰੀਆਂ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ, ਹੱਡੀਆਂ ਮੈਨੂੰ ਲੱਗਦਾ ਵੀ ਜਿੰਨੇ ਡਾਕਟਰ ਜਿਹੜੇ ਨੇ ਉਹ ਹੱਡੀਆਂ ਦੇ ਇਸ ਵੇਲੇ ਉਹਨਾਂ ਕੋਲ ਪੇਸ਼ੈਂਟ ਨੇ ਇੰਨੇ ਹੋਰ ਕਿਸੇ ਡਾਕਟਰ ਕੋਲ ਨਹੀਂ ਹੋਣੇ, ਅਤੇ ਉਹ ਹਰ ਬੰਦੇ ਨੂੰ ਜਿਹੜਾ ਉਹ ਕੋਈ ਵੀ ਜਾਵੇ ਉਹਨੂੰ ਕੈਲਸ਼ੀਅਮ ਖਾਣ ਲਈ ਜਿਹੜਾ ਉਹ ਕਹਿੰਦੇ ਨੇ ਵੀ ਕੈਲਸ਼ੀਅਮ ਲਓ। ਕੀ ਇਹ ਵੀ ਇੱਕ ਝੂਠ ਹੈ ਵੀ ਜਿਹੜਾ ਕੈਲਸ਼ੀਅਮ ਜਿਹੜਾ ਉਹ ਲਓ ਜੀ ਹੱਡੀਆਂ ਤਾਂ ਬਚਣਗੀਆਂ? ਬਿਲਕੁਲ ਕੈਲਸ਼ੀਅਮ ਜਿਹੜਾ ਹੈ ਬਹੁਤ ਵੱਡਾ ਝੂਠ ਹੈ। ਕਿਉਂਕਿ ਕੈਲਸ਼ੀਅਮ ਦੀ ਗੋਲੀ ਦੇ ਕੈਲਸ਼ੀਅਮ ਨੂੰ ਕੋਈ ਅਕਲ ਨਹੀਂ ਹੈ ਕਿ ਉਹਨੇ ਕਿੱਥੇ ਜਾ ਕੇ ਜੰਮਣਾ। ਇਹ ਨਾ ਵੈਲ ਨੋਨ ਹੈ ਕਿ ਕੈਲਸ਼ੀਅਮ ਦੀ ਗੋਲੀ ਦਾ ਕੈਲਸ਼ੀਅਮ ਪਹਿਲੀ ਗੱਲ ਤਾਂ ਅਬਜ਼ੋਰਬ ਹੀ ਨਹੀਂ ਹੁੰਦਾ, ਬਹੁਤ ਘੱਟ ਅਬਜ਼ੋਰਬ ਹੁੰਦਾ। ਫਿਰ ਉਹਨੂੰ ਇਹ ਅਕਲ ਨਹੀਂ ਹੈ ਕਿ ਉਹਨੇ ਜਾ ਕੇ ਖੂਨ ਦੀਆਂ ਨਾੜਾਂ 'ਚ ਜੰਮਣਾ ਕਿ ਹੱਡੀਆਂ 'ਚ ਜੰਮਣਾ, ਤਾਂ ਉਹਨੂੰ ਕੋਈ ਅਕਲ ਨਹੀਂ। ਜਦੋਂ ਕਿ ਜਿਹੜੇ ਨੈਚੁਰਲ ਕੈਲਸ਼ੀਅਮ ਨੇ ਉਹ ਉਹਨਾਂ ਨੂੰ ਪੂਰੀ ਅਕਲ ਹੈ ਔਰ ਉਹ ਐਕਸੈਸ ਨਹੀਂ ਹੁੰਦੇ ਕਦੀ ਵੀ।
ਬਾਡੀ ਨੂੰ ਅਗਰ ਲੋੜ ਹੈ ਕੈਲਸ਼ੀਅਮ ਦੀ ਤਾਂ ਉੱਥੋਂ ਲੈ ਲਏਗੀ ਨੈਚੁਰਲ ਫੂਡ ਤੋਂ, ਅਗਰ ਲੋੜ ਨਹੀਂ ਹੈ ਤਾਂ ਨਹੀਂ ਲਏਗੀ। ਲੇਕਿਨ ਜਿਹੜਾ ਗੋਲੀ ਦਾ ਕੈਲਸ਼ੀਅਮ ਹੈ ਉਹਦੇ 'ਚ ਇਹੋ ਜਿਹੀ ਕੋਈ ਅਕਲ ਨਹੀਂ ਹੈ। ਉਹ ਜਿੰਨਾ ਹੈ ਉਹਨੇ ਖੂਨ ਚਲੇ ਹੀ ਜਾਣਾ, ਜਿੰਨਾ ਵੀ ਜਾਣਾ, ਚਾਹੇ ਲੋੜ ਹੈ ਚਾਹੇ ਨਹੀਂ ਹੈ। ਤਾਂ ਅਲਟੀਮੇਟਲੀ ਕੀ ਹੁੰਦਾ ਸੀਗਾ, ਗੁਰਦਿਆਂ ਦੀਆਂ ਪੱਥਰੀਆਂ, ਪਿੱਤੇ ਦੀਆਂ ਪੱਥਰੀਆਂ ਔਰ ਤੁਹਾਡੀਆਂ ਖੂਨ ਨਾੜਾਂ ਦੇ ਅੰਦਰ ਜਾ ਕੇ ਕੈਲਸ਼ੀਅਮ ਜੰਮਣਾ ਸ਼ੁਰੂ ਹੋ ਜਾਂਦਾ ਸੀਗਾ। ਤਾਂ ਉਹਦੇ ਅੰਦਰ ਹੁਣ ਅਲਟੀਮੇਟਲੀ ਆ ਗਿਆ ਕਿ ਕੈਲਸ਼ੀਅਮ ਦੀਆਂ ਗੋਲੀਆਂ ਮਤ ਖਾਓ, ਕੈਲਸ਼ੀਅਮ ਵਾਲੇ ਫੂਡਸ ਖਾਓ। ਔਰ ਕੈਲਸ਼ੀਅਮ ਵਾਲੇ ਫੂਡਸ ਵੀ ਕਿਹੜੇ ਖਾਓ? ਦੁੱਧ ਵੀ ਨਹੀਂ। ਈਵਨ ਦੁੱਧ ਦੇ ਕੈਲਸ਼ੀਅਮ 'ਚ ਵੀ ਇਹ ਗੁਣ ਨਹੀਂ ਹੈਗਾ ਕਿ ਉਹ ਠੀਕ ਤਰ੍ਹਾਂ ਜੰਮੇਗਾ। ਤੁਹਾਡੇ ਕੋਲ ਕੈਲਸ਼ੀਅਮ ਵਾਲੇ ਫੂਡ ਨੇ ਤਿਲ, ਅਲਸੀ, ਚੀਆ ਸੀਡਸ, ਰਾਗੀ ਦੀ ਰੋਟੀ, ਮਖਾਣੇ, ਬਾਕੀ ਸਾਰੇ ਫੂਡ 'ਚ ਹੀ ਹੈਗਾ। ਸਾਰੇ ਫੂਡ 'ਚ ਹੀ ਹੈਗਾ ਕੈਲਸ਼ੀਅਮ, ਐਸੀ ਗੱਲ ਨਹੀਂ। ਪਰ ਜਿਹੜੇ ਕੈਲਸ਼ੀਅਮ ਰਿਚ ਫੂਡ ਨੇ, ਅਗਰ ਉਹ ਸਾਡੀ ਡਾਈਟ ਦਾ ਪਾਰਟ ਨੇ ਤਾਂ ਸਾਨੂੰ ਕੋਈ ਐਕਸਟਰਾ ਕੈਲਸ਼ੀਅਮ ਖਾਣ ਦੀ ਜ਼ਰੂਰਤ ਨਹੀਂ ਹੈ, ਕੋਈ ਗੋਲੀ ਖਾਣ ਦੀ ਜ਼ਰੂਰਤ ਨਹੀਂ ਹੈ। ਕੈਲਸ਼ੀਅਮ ਦੀ ਗੋਲੀ ਖਾਣ ਦੀ ਬਜਾਏ ਚਮਚਾ ਤਿਲਾਂ ਦਾ ਭਿਉਂ ਕੇ ਖਾ ਲੈਣਾ, ਚਮਚਾ ਅਲਸੀ ਦਾ ਭਿਉਂ ਕੇ ਖਾ ਲੈਣਾ, ਚਮਚਾ ਤਿਲ ਚੀਆ ਸੀਡਸ ਦਾ ਖਾ ਲੈਣਾ, ਮੁੱਠੀ ਭਰ ਮਖਾਣੇ ਰੋਸਟ ਕਰਕੇ ਖਾ ਲੈਣਾ, ਰਾਗੀ ਦੀ ਰੋਟੀ ਖਾ ਲੈਣਾ। ਇਹ ਬਹੁਤ ਹੀ ਉੱਤਮ ਚੀਜ਼ਾਂ ਨੇ, ਕਿਉਂਕਿ ਇਹਨਾਂ ਦੇ ਅੰਦਰ ਉਹ ਵਿਜ਼ਡਮ ਹੈ ਕਿ ਜੇ ਇਹਨਾਂ ਦਾ ਕੈਲਸ਼ੀਅਮ ਜੇ ਸਾਡੀ ਬਾਡੀ ਨੂੰ ਜ਼ਰੂਰਤ ਹੈ ਤਾਂ ਉਹ ਲਏਗੀ, ਅਗਰ ਨਹੀਂ ਜ਼ਰੂਰਤ ਤਾਂ ਨਹੀਂ ਲਏਗੀ। ਤਾਂ ਅੱਜ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਜਿਨ੍ਹਾਂ ਕੋਲ ਕੈਲਸ਼ੀਅਮ ਲੈਣਾ ਹੈ ਤਾਂ ਉਹ ਖਾਣੇ ਤੋਂ ਲਓ, ਉਹ ਕੈਲਸ਼ੀਅਮ ਦੀਆਂ ਗੋਲੀਆਂ ਜਾਂ ਦੁੱਧ ਤੋਂ ਨਾ ਲਓ। ਪਰ ਇਹ ਜਿਹੜੀਆਂ ਚੀਜ਼ਾਂ ਤੁਸੀਂ ਗਿਣਾਈਆਂ ਨੇ, ਤਿਲ, ਚੀਆ ਸੀਡਸ, ਮਖਾਣੇ ਆ, ਜੋ ਵੀ ਤੁਸੀਂ ਗਿਣਾਏ ਹੈਗੇ ਨੇ ਖਾਣੇ, ਇਹ ਤਾਂ ਸਾਰੇ ਗਰਮ ਖਾਣੇ ਨੇ। ਅਤੇ ਇਹ ਲੋਕਾਂ ਦੇ ਦਿਮਾਗ 'ਚ ਹੀ ਹੁੰਦਾ ਵੀ ਯਾਰ ਇਹ ਤਾਂ ਸਰਦੀਆਂ 'ਚ ਹੀ ਖਾਣੇ ਨੇ। ਨਹੀਂ, ਉਹਦਾ ਜੇ ਅਗਰ ਭਿਉਂ ਕੇ ਖਾਵਾਂਗੇ ਨਾ ਆਪਾਂ, ਕੋਈ ਵੀ ਚੀਜ਼ ਨੂੰ ਤੁਸੀਂ ਭਿਉਂ ਲਓ। ਹੁਣ ਤਿਲ ਨੇ ਗਰਮੀਆਂ 'ਚ ਭਿਉਂ ਕੇ ਖਾਓ ਜੀ। ਜਦੋਂ ਤੁਸੀਂ ਭਿਉਂ ਲੈਂਦੇ ਆ ਤਾਂ ਫਿਰ ਉਹ ਜਿਹੜਾ ਗਰਮ ਤਸੀਰ ਹੁੰਦੀ ਹੈ ਉਹ ਖਤਮ ਹੋ ਜਾਂਦੀ। ਜਿੱਦਾਂ ਬਦਾਮ ਨੇ, ਤੁਸੀਂ ਸਰਦੀਆਂ ਸੁੱਕੇ ਖਾ ਰਹੇ ਹੋ, ਖਾਈ ਜਾਓ, ਲੇਕਿਨ ਗਰਮੀਆਂ 'ਚ ਭਿਉਂ ਕੇ ਖਾਓ। ਅਖਰੋਟ ਨੇ, ਗਰਮੀਆਂ 'ਚ ਖਾਈ ਜਾਓ ਭਿਉਂ ਕੇ। ਤੁਸੀਂ ਬਾਜਰੇ ਦੀ ਖਿਚੜੀ ਖਾਣਾ ਚਾਹੁੰਦੇ ਹੋ, ਉਹਨੂੰ ਭਿਉਂ ਲਓ, ਰਾਤ ਨੂੰ ਸਵੇਰੇ ਉੱਠ ਕੇ ਬਣਾ ਲਓ। ਅਤੇ ਜਦੋਂ ਭਿੱਜ ਜਾਂਦੇ ਆ ਤਾਂ ਉਹਦੀ ਗਰਮ ਤਸੀਰ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ, ਫਿਰ ਉਹ ਉੱਦਾਂ ਦੀ ਗਰਮੀ ਨਹੀਂ ਕਰਦੇ। ਅੱਛਾ, ਇੱਕ ਡਾਕਟਰ ਸਾਹਿਬ, ਜਿਹੜਾ ਅੱਜ ਕੱਲ੍ਹ ਮੁਰਗੀਆਂ ਬਹੁਤ ਮਾਰੀਆਂ ਜਾ ਰਹੀਆਂ ਨੇ ਪੋਲਟਰੀ ਫਾਰਮਾਂ ਦੇ ਵਿੱਚ, ਕਿ H1N1 ਜਿਹੜਾ ਬਰਡ ਫਲੂ ਜਿਹੜਾ ਇਹਨਾਂ ਤੋਂ ਫੈਲਿਆ ਜਾ ਰਿਹਾ, ਅਤੇ ਕੀ ਇੰਨਾ ਖਤਰਨਾਕ ਹੈ ਜੀ? ਬਾਕੀ ਇਹ ਵੀ ਇੱਕ ਝੂਠ ਹੈ ਜੀ? ਦੇਖੋ, ਜਿਹੜਾ ਫਲੂ ਨਾਲ ਨਾ ਖਿਲਵਾੜ ਕੀਤਾ ਜਾ ਰਿਹਾ, ਫਲੂ ਨੂੰ ਇਹਨਾਂ ਨੇ ਵੈਪਨ ਬਣਾ ਲਿਆ ਹੋਇਆ, ਲੋਕਾਂ ਨੂੰ ਡਰਾਉਣ ਦਾ, ਲੋਕਾਂ ਨੂੰ ਡਰਾ ਕੇ ਅੰਦਰ ਵਾੜਨ ਦਾ, ਜਾਂ ਉਹਦੇ ਮੋਢਿਆਂ 'ਤੇ ਢਾ ਕੇ ਕੁਛ ਹੋਰ ਏਜੰਡਾ ਲਿਆਉਣ ਦਾ। ਪਹਿਲਾਂ ਇਹਨਾਂ ਨੇ H1N1 ਲੈ ਕੇ ਆਂਦਾ 2009 'ਚ, ਬੜਾ ਰੌਲਾ ਪਿਆ ਉਦੋਂ ਵੀ। ਸਾਰਾ ਕੁਝ ਜਿਵੇਂ ਹੁਣ ਹੋਇਆ ਐਤਕੀ ਕਰੋਨਾ ਵੇਲੇ, ਉੱਦਾਂ ਹੀ ਉਦੋਂ ਹੋਇਆ ਸੀਗਾ। ਉਹਦਾ ਥੋੜ੍ਹਾ ਜਿਹਾ ਫਰਕ ਸੀ ਵੀ ਇੰਨਾ ਜ਼ਿਆਦਾ ਵਾਈਡ ਸਪਰੈਡ ਜਾਂ ਉਹਨਾਂ ਜਿਹੜਾ ਸਖਤੀਆਂ ਨਹੀਂ ਸੀਗੀਆਂ ਇੰਨੀਆਂ, ਲੇਕਿਨ ਰੌਲੀ ਉਦੋਂ ਵੀ ਇੱਦਾਂ ਦੀ ਸੀਗੀ ਕਿ ਤੁਹਾਨੂੰ ਖਾ ਜਾਏਗਾ। ਅਲਟੀਮੇਟਲੀ ਉਹ ਫਰਾਡ ਸਾਬਤ ਹੋਇਆ। WHO ਉਹਦੇ ਉਸ ਫਰਾਡ ਦਾ ਹਿੱਸਾ ਨਿਕਲਿਆ। ਅਲਟੀਮੇਟਲੀ ਰੌਲਾ ਪੈ ਗਿਆ ਅਤੇ ਉਹ ਜਿਹੜਾ ਗਲਤ ਪ੍ਰੂਵ ਹੋਇਆ। ਪਰ ਫਿਰ ਵੀ ਇਹ ਆਪਣਾ ਟੀਕਾਕਰਨ ਅਤੇ ਹੋਰ ਸਾਰੀਆਂ ਚੀਜ਼ਾਂ ਨਾਲ ਲਾਗੂ ਕਰਤੀਆਂ। ਇਸ ਗੱਲ ਦੇ ਬਾਵਜੂਦ ਕਿ ਫਰਾਡ ਪ੍ਰੂਵ ਹੋਇਆ, ਇਸ ਗੱਲ ਦੇ ਬਾਵਜੂਦ ਕਿ ਕੋਈ ਪ੍ਰੂਫ ਨਹੀਂ ਹੈ ਕਿ ਉਹ ਟੀਕਾ ਕੋਈ ਅਸਰ ਕਰਦਾ ਨਹੀਂ ਕਰਦਾ, ਇਸ ਗੱਲ ਦੇ ਬਾਵਜੂਦ ਕਿ ਇਹ ਕੋਈ ਐਵੀਡੈਂਸ ਨਹੀਂ ਹੈ ਕਿ H1N1 ਬਾਕੀ ਫਲੂ ਤੋਂ ਜ਼ਿਆਦਾ ਖਤਰਨਾਕ ਹੈ, ਉਹਦੇ ਬਾਵਜੂਦ ਇਹਨਾਂ ਨੇ ਆਪਣਾ ਏਜੰਡਾ ਲਾਗੂ ਕੀਤਾ। ਅਤੇ ਇਹ ਪਿਛਲੇ ਸਾਲ ਤੱਕ H1N1 ਦਾ ਟੀਕਾਕਰਨ ਅਮਰੀਕਾ ਔਰ ਯੂਰਪ ਦੇ ਵਿੱਚ ਕੰਪਲਸਰੀ ਹੈ। ਹਾਲਾਂਕਿ ਸਾਡੇ ਵਰਗੇ ਮੁਲਕਾਂ ਨੇ ਨਹੀਂ ਮੰਨਿਆ ਇਹਨੂੰ, ਨਾ ਸਾਡੇ ਲੋਕਾਂ ਨੇ ਲਵਾਇਆ, ਲੇਕਿਨ ਐਤਕੀ ਜਿਹੜਾ ਹੈ ਇਹਨਾਂ ਨੇ ਇਹੀ ਵਰਤਾਰਾ ਅੱਗੇ ਕਰੋਨਾ 'ਤੇ ਲਾਗੂ ਕਰਤਾ। ਅਤੇ ਕਰੋਨਾ ਦੇ ਅੰਦਰ ਹੁਣ ਦੇਖੋ, ਅੱਜ ਵੀ ਤੁਸੀਂ ਇਹਨਾਂ ਨੇ ਫਿਰ ਮਹਾਰਾਸ਼ਟਰ 'ਚ ਅੱਜ ਫਿਰ ਲਾਤਾ ਲੋਕਡਾਊਨ। ਸਾਰਾ ਕੁਝ ਹੋਣ ਦੇ ਬਾਵਜੂਦ ਗਰਮੀ ਆ ਗਈ ਹੈ, ਕੋਈ ਫਲੂ ਸੀਜ਼ਨ ਨਹੀਂ ਹੈ, ਕੋਈ ਫਲੂ ਨਾਲ ਬੰਦੇ ਨਹੀਂ ਮਰ ਰਹੇ। ਉਹਨੂੰ ਟੈਸਟ ਕਰ ਕਰਕੇ ਪੋਜ਼ੀਟਿਵ ਕੱਢ ਕੇ, ਪੋਜ਼ੀਟਿਵ ਦਾ ਕੋਈ ਮਤਲਬ ਹੀ ਨਹੀਂ ਹੈ। ਪੋਜ਼ੀਟਿਵ ਦਾ ਮਤਲਬ ਹੈ ਕਿ ਉਹ ਇਨਫੈਕਸ਼ਨ ਹੋਈ ਸੀ ਬੰਦੇ ਨੂੰ ਅਤੇ ਹੈਗੀ ਹੈ, ਅਤੇ ਉਹਦੇ ਨਾਲ ਕੀ ਫਰਕ ਪੈਂਦਾ ਹੈ? ਬੰਦੇ ਨੂੰ ਤਾਂ ਸਿੰਪਟਮ ਤਾਂ ਹੈ ਨਹੀਂ ਕੋਈ, ਉਹਨੂੰ ਤੁਸੀਂ ਕੇਸ ਕਹੀ ਜਾ ਰਹੇ ਹੋ। ਤੁਸੀਂ ਟੈਸਟ ਕਰਦੇ ਹੋ, ਬੰਦੇ ਨੂੰ ਕਹਿ ਦਿੰਦੇ ਹੋ ਪੋਜ਼ੀਟਿਵ ਹੈ, ਅਤੇ ਫਿਰ ਕੀ ਹੋ ਗਿਆ? ਪੋਜ਼ੀਟਿਵ ਦਾ ਪੋਜ਼ੀਟਿਵ ਹੋਈ ਜਾਂ 50 ਕਿਸਮ ਹੋਰ ਵਾਇਰਸਿਸ ਫਿਰਦੀਆਂ, ਤੁਸੀਂ ਟੈਸਟ ਇੱਕੋ ਕਰ ਰਹੇ ਹੋ। ਤੁਸੀਂ ਸਾਰੀਆਂ ਵਾਇਰਸਿਸ ਟੈਸਟ ਕਰੋ, ਸਾਰੇ ਪੋਜ਼ੀਟਿਵ ਆ ਜਾਣਗੇ। ਕਿੰਨੇ ਹੋਰ ਪੋਜ਼ੀਟਿਵ ਆਉਣਗੇ? ਉਹ ਟੈਸਟ ਤੁਸੀਂ ਕਰੋਨਾ ਕਰ ਰਹੇ ਹੋ, ਇਹ ਕਰੋਨਾ ਹੀ ਪੋਜ਼ੀਟਿਵ ਆਏਗਾ। ਪੋਜ਼ੀਟਿਵ ਕਰਕੇ ਫਿਰ ਰੌਲੀ ਪਾ ਲੈਂਦੇ ਆ ਵੀ ਕਰੋਨਾ ਵੱਧ ਗਿਆ ਜੀ, ਕਰੋਨਾ ਘਟ ਗਿਆ ਜੀ, ਫਿਰ ਲੋਕਡਾਊਨ ਲਾਤਾ ਮਹਾਰਾਸ਼ਟਰ ਚੱਕ ਕੇ। ਹੁਣ ਅੱਜ ਹਫ਼ਤੇ ਦਾ ਫਿਰ ਲੋਕਡਾਊਨ ਲਾਇਆ ਪਿਆ। ਤਾਂ ਇੱਥੇ ਵੀ ਲਾਉਣ ਨੂੰ ਫਿਰਦੇ ਆ। ਇੱਥੇ ਥੋੜ੍ਹਾ ਜਿਹਾ ਝਿਜਕਦੇ ਆ ਵੀ ਅੰਦੋਲਨ ਚੱਲ ਰਿਹਾ ਅਤੇ ਸ਼ਾਇਦ ਇਹ ਲੋਕ ਲਾਗੂ ਨਹੀਂ ਕਰਨਗੇ। ਥੋੜ੍ਹਾ ਝਾਕਾ ਹੈ, ਮਹਾਰਾਸ਼ਟਰ ਨੇ ਲਾਗੂ ਕਰਤਾ। ਮਹਾਰਾਸ਼ਟਰ ਦੀ ਸਰਕਾਰ ਥੋੜ੍ਹੀ ਜਿਹੀ ਸੌਫਟ ਹੈ ਇਸ ਇਸ਼ੂ ਦੇ ਉੱਪਰ, ਅਤੇ ਉਹਨਾਂ ਨੇ ਫਿਰ ਠੋਕਤਾ, ਨਾਈਟ ਦਾ ਕਰਫਿਊ ਲਾਤਾ, ਸਾਰੀਆਂ ਬੰਦਿਸ਼ਾਂ ਉੱਦਾਂ ਹੀ ਲਾਤੀਆਂ, ਸਕੂਲ ਕਾਲਜ ਬੰਦ ਕਰਤੇ ਹੈ। ਤਾਂ ਇਹ ਕਿਤੇ ਨਾ ਕਿਤੇ ਉਹਦਾ ਬਰਡ ਫਲੂ ਲਿਆ ਰਹੇ ਹੁਣੇ। ਬਰਡ ਫਲੂ ਦੇ ਅੱਜ ਤੱਕ ਇਹ ਪ੍ਰੂਵ ਨਹੀਂ ਹੋਇਆ ਕਿ ਬਰਡ ਫਲੂ ਬਰਡ ਟੂ ਬਰਡ ਹੁੰਦਾ, ਕਿ ਬਰਡ ਟੂ ਮੈਨ ਹੁੰਦਾ, ਕਿ ਮੈਨ ਟੂ ਮੈਨ ਹੁੰਦਾ। ਹਾਲੇ ਤੱਕ ਇਹ ਪ੍ਰੂਵ ਨਹੀਂ ਹੋਇਆ ਕਿ ਮੈਨ ਟੂ ਮੈਨ ਦਾ ਟਰਾਂਸਮਿਟ ਹੀ ਨਹੀਂ ਹੁੰਦਾ ਉਹ। ਔਰ ਉਹਨਾਂ ਬਰਡਸ ਨੂੰ ਹੁੰਦਾ ਜਿਹੜੇ ਬਰਡ ਤੁਸੀਂ ਪਾਲ ਰੱਖੇ ਹੈ, ਵੀਕ ਨੇ ਉਹ, ਜੰਗਲੀ ਪੰਛੀਆਂ ਨੂੰ ਨਹੀਂ ਹੁੰਦਾ ਉਹ, ਆ ਤੁਹਾਡੇ ਬਰਾਲਰਾਂ ਨੂੰ ਹੁੰਦਾ। ਅਤੇ ਜਿਹਨਾਂ ਪੰਛੀਆਂ ਨੂੰ ਤੁਸੀਂ ਪਿੰਜਰਾਂ 'ਚ ਤਾੜ ਰੱਖਦੇ ਹੋ, ਹਰ ਵੇਲੇ ਹਿੱਲਣ ਨਹੀਂ ਦਿੰਦੇ ਇੱਧਰ ਉੱਧਰ ਨੂੰ, ਉਹ ਤੁਸੀਂ ਮੁਰਗੀ ਖਾਣੇ ਦੇਖੇ ਕਦੀ? ਮੁਰਗੀ ਖਾਣੇ ਦੇ ਵਿੱਚ ਮੁਰਗੀ 'ਚ ਇੰਨੀ ਕੁ ਥਾਂ ਹੁੰਦੀ ਹੈ, ਉੱਥੋਂ ਐਂ ਤਾਂ ਐਵੇਂ ਨਹੀਂ ਹਿੱਲ ਸਕਦੀ ਉਹ।
ਉਨੀ ਕੁ ਥਾਂ ਦਿੱਤੀ ਉਹਨੂੰ ਵੀ ਫਟਾਫਟ ਉਹ ਦਾਣਾ ਖਾਈ ਜਾਵੇ ਅਤੇ ਅੰਡਾ ਦੇਈ ਜਾਵੇ, ਦਾਣਾ ਖਾਈ ਜਾਵੇ ਅਤੇ ਅੰਡਾ ਦੇਈ ਜਾਵੇ, ਜਿਵੇਂ ਕੋਈ ਉਹ ਮੁਰਦਾ ਚੀਜ਼ ਹੁੰਦੀ ਹੈ, ਉਹਨੂੰ ਨਾ ਹਿੱਲਣ ਦਾ ਨਾ ਜੁਲਣ ਦਾ ਨਾ ਕੁਛ ਨਹੀਂ। ਤਾਂ ਉਹਦੇ 'ਚ ਕੀ ਰਹਿਣਾ, ਐਂਟੀਬਾਇਓਟਿਕ ਅਤੇ ਐਂਟੀਬਾਇਓਟਿਕ, ਕੈਮੀਕਲ ਅਤੇ ਕੈਮੀਕਲ, ਅਤੇ ਉਹਨਾਂ ਪੰਛੀਆਂ ਨੂੰ ਹੁੰਦਾ ਬਰਡ ਫਲੂ। ਅੱਛਾ, ਇਹਦਾ ਮਤਲਬ ਜਿਹੜਾ ਇਹ ਆਂਡੇ ਜਿਹੜੇ ਫਾਰਮੀ ਆਂਡੇ ਆ ਰਹੇ ਨੇ, ਫਿਰ ਇਹ ਵੀ ਜਿਹੜੇ ਉਹ ਕੋਈ ਉਹਨਾਂ 'ਤੇ ਫਾਇਦਾ ਨਹੀਂ ਹੈਗਾ ਨਾ ਲੈਣ ਦਾ? ਨੈਚੁਰਲੀ ਫਾਰਮੀ ਅੰਡਿਆਂ ਦੇ ਵਿੱਚ ਉਹੀ ਕੈਮੀਕਲ ਆਉਂਦੇ, ਜੋ ਮੁਰਗੀ ਦਾ ਹਾਲ ਹੋਊਗਾ ਉਹੀ ਮੁਰਗੀ ਅੰਡਾ ਦੇਊਗੀ ਨਾ। ਮੁਰਗੀ ਦੇ ਅੰਡੇ ਵਿੱਚ ਵੀ ਤਾਂ ਉਹੀ ਕੁਛ ਆਉਣਾ ਜੋ ਮੁਰਗੀ ਦੇ ਨੂੰ ਦਾ ਫੀਡ ਹੈ, ਜੋ ਮੁਰਗੀ ਦੇ ਅੰਦਰ ਐਂਟੀਬਾਇਓਟਿਕ ਦਿੱਤੇ ਜਾ ਰਹੇ ਆ, ਜੋ ਮੁਰਗੀ ਦੇ ਅੰਦਰ ਕੈਮੀਕਲ ਹਾਰਮੋਨ ਦਿੱਤੇ ਜਾ ਰਹੇ ਆ, ਤੜ ਨੂੰ ਦੇ ਜਾਂਦੇ ਆ, ਅਤੇ ਤਾਂ ਕਿ ਫਟਾਫਟ ਵਧਣ, ਉਹ ਫਟਾਫਟ ਅੰਡੇ ਦੇਣ। ਹੁਣ ਦੇਸੀ ਮੁਰਗੀ ਜਿਹੜੀ ਹੁੰਦੀ ਸੀਗੀ ਮਹੀਨੇ 'ਚ ਉਹ 15-20 ਅੰਡੇ ਦਿੰਦੀ ਸੀ। ਇਸ ਮੁਰਗੀ ਨੂੰ ਧੱਕੇ ਨਾਲ ਇਹਨਾਂ ਨੇ ਠੋਕ ਕੇ ਲਾਤਾ ਵੀ ਡੇਲੀ ਇੱਕ ਅੰਡਾ ਤਾਂ ਘੱਟੋ ਘੱਟ ਦੇਵੇ। ਉਹ ਧੱਕੇ ਨਾਲ ਕੀਤਾ। ਕੁਦਰਤੀ ਮੁਰਗੀ ਅੰਡਾ ਦਿੰਦੀ ਨਹੀਂ ਸੀ ਡੇਲੀ, ਉਹ ਤਾਂ ਅੱਧੇ ਕੁ ਦਿਨ ਦਿੰਦੀ ਸੀ ਅੰਡਾ। ਤਾਂ ਇਸ ਕਰਕੇ ਇਹ ਜਿਹੜਾ ਵਰਤਾਰਾ ਹੈ ਨਾ ਕਿਤੇ ਉਹ ਆਇਆ ਐਗਰੀਕਲਚਰ ਇੰਡਸਟਰੀ ਨਾਲ, ਕਿ ਜਿਹੜੀ ਪੋਲਟਰੀ ਨੂੰ ਇੰਡਸਟਰੀ ਬਣਾ ਦਿੱਤਾ, ਔਰ ਇੰਨੀ ਗੰਦੀ ਇੰਡਸਟਰੀ ਹੈ ਉਹ ਕਿ ਉਹਦੇ ਅੰਦਰ ਇਨਵਾਇਰਮੈਂਟ ਇੰਨਾ ਗੰਦਾ ਹੈ ਕਿ ਉਹਨਾਂ ਦੀ ਪੰਛੀਆਂ ਦੀ ਜਿਹੜੀ ਹੈ ਇਮਿਊਨਿਟੀ ਹੈ ਬਹੁਤ ਲੋ ਹੁੰਦੀ ਹੈ, ਅਤੇ ਉਹਨਾਂ ਨੂੰ ਫਿਰ ਇਹੋ ਜਿਹੀਆਂ ਵਾਇਰਸਿਸ ਹੁੰਦੀਆਂ ਨੇ, ਕਿਉਂ ਨਹੀਂ ਹੋਣਗੀਆਂ? ਅੱਛਾ, ਇੱਕ ਜਿਹੜਾ ਸਵਾਲ ਹੈ ਹੁਣ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜਾ ਮੈਨੂੰ ਲੱਗਦਾ ਦਰਸ਼ਕਾਂ ਦੇ ਮਨਾਂ ਦੇ ਵਿੱਚ ਵੀ ਆ ਰਿਹਾ ਹੋਣਾ ਕਿ WHO ਅਤੇ ਜਿਹੜੇ ਹੋਰ ਜਿੰਨੇ ਵੀ ਸੰਸਥਾਵਾਂ ਜਿਹੜੀਆਂ ਨੇ ਇਹ ਗੱਲਾਂ ਕਹਿ ਰਹੀਆਂ ਨੇ, ਅਤੇ ਇੱਕ ਪਾਸੇ ਉਹ ਹੈ ਅਤੇ ਇੱਕ ਪਾਸੇ ਆਪਣੇ ਬਜ਼ੁਰਗ ਨੇ, ਅਤੇ ਦਿਮਾਗ ਜਿਹੜਾ ਸੋਚਦਾ ਹੈ ਵੀ ਦੋਨਾਂ 'ਚੋਂ ਸੱਚ ਕੀ ਹੈ, ਅਤੇ ਇੱਥੇ ਫਿਰ ਨਿਕਲਦਾ ਕਿਵੇਂ ਸੱਚ ਇਹ? ਦੇਖੋ, ਬਜ਼ੁਰਗ ਤਾਂ ਇੱਕ ਪੱਖ ਨੇ, ਬਜ਼ੁਰਗ ਸਾਡੇ ਇੱਕ ਪੱਖ ਨੇ, ਕਿਉਂਕਿ ਬਜ਼ੁਰਗ ਜਿਹੜੇ ਸੀਗੇ ਆਪਾਂ ਨੂੰ ਤੁਹਾਨੂੰ ਯਾਦ ਹੋਣਾ ਵੀ ਬਾਬੇ ਨਾਨਕ ਦੇ ਜਿਹੜੀ ਸਾਰੀ ਉਹਨਾਂ ਦੀ ਜੀਵਨ ਗਾਥਾ ਹੈ ਉਹ ਸਾਰੀ ਇਸ ਗੱਲ 'ਤੇ ਖੜੀ ਹੈ ਵੀ ਸੱਚ ਨੂੰ ਖੋਜਣਾ ਅਤੇ ਝੂਠ ਦੇ ਖਿਲਾਫ ਡਟ ਕੇ ਸਟੈਂਡ ਲੈਣਾ। ਉਹ ਇੱਕ ਨੁਮਾਇੰਦੇ ਨੇ ਉਸ ਸੱਚ ਦੇ, ਜਿਹਨੂੰ ਸਾਡੇ ਜਿਹਦੇ ਨੁਮਾਇੰਦੇ ਸਾਡੇ ਬਜ਼ੁਰਗ ਸੀਗੇ, ਜਾਂ ਸਾਡੇ ਗੁਰੂ ਸੀਗੇ, ਰਿਸ਼ੀ ਮੁਨੀ ਸੀਗੇ, ਸਾਡੇ ਕੋਈ ਉਪਨਿਸ਼ਦਾਂ ਤੋਂ ਲੈ ਕੇ ਅਤੇ ਗੁਰਬਾਣੀ ਤੱਕ ਦਾ ਸਾਰਾ ਜਿਹੜਾ ਇਤਿਹਾਸ ਹੈ ਉਹ ਸਾਰਾ ਸੱਚ ਅਤੇ ਝੂਠ 'ਤੇ ਖੜ੍ਹਾ। ਅਤੇ ਉਹ ਜਿਹੜਾ ਸੱਚ ਅਤੇ ਝੂਠ ਦਾ ਨਿਤਾਰਾ ਹੈ ਉਹ ਕਰਨ ਵਾਸਤੇ ਸਾਡੇ ਬਜ਼ੁਰਗ ਸਾਨੂੰ ਬਹੁਤ ਹੈਲਪਫੁਲ ਨੇ। ਲੇਕਿਨ ਇਕੱਲੇ ਬਜ਼ੁਰਗਾਂ ਦੀ ਵਿਜ਼ਡਮ ਦੇ ਨਾਲ ਜਿਹੜਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਦਾ, ਕਿਉਂਕਿ ਉਹ ਕਹਿੰਦੇ ਉਹ ਤਾਂ ਪੁਰਾਣੀ ਗੱਲ ਹੋ ਗਈ ਜੀ, ਉਹ ਤਾਂ ਉਹਨਾਂ ਦੀ ਗੱਲ ਨੂੰ ਕੋਈ ਸੱਚ ਨਹੀਂ ਮੰਨਦਾ ਉਹਨਾਂ ਦੇ। ਸਰਚ ਆ ਗਈ ਹੁਣ ਤਾਂ। ਹਾਂ, ਤੁਸੀਂ ਇਸ ਕਰਕੇ ਸਾਨੂੰ ਜੇ ਉਹਨਾਂ ਦਾ ਮੁਕਾਬਲਾ ਕਰਨਾ ਤਾਂ ਸਾਨੂੰ ਅੱਜ ਦੇ ਜਿਹੜੇ ਟੂਲਸ ਨੇ, ਵਿਗਿਆਨਕ ਟੂਲ ਨੇ, ਉਹਨਾਂ ਨੂੰ ਆਪਣੇ ਸਿੱਖਣਾ ਪਏਗਾ, ਔਰ ਉਹਨਾਂ ਨੂੰ ਸਿੱਖ ਕੇ ਉਹਨਾਂ ਦੀ ਬੋਲੀ 'ਚ, ਵਿਗਿਆਨਕ ਬੋਲੀ 'ਚ ਉਹਨਾਂ ਦਾ ਮੁਕਾਬਲਾ ਕਰਨਾ ਪਏਗਾ, ਅਤੇ ਨਵੀਆਂ ਖੋਜਾਂ ਲੈ ਕੇ ਆਉਣੀਆਂ ਪੈਣਗੀਆਂ, ਜਿਹੜੀਆਂ ਕਿ ਖੋਜਾਂ ਆ ਗਈਆਂ ਹੋਈਆਂ ਹੁਣ ਉਹ ਫੇਜ਼ ਨਹੀਂ ਰਹੀ ਕਿ ਇਕੱਲੇ ਬਜ਼ੁਰਗਾਂ ਦੇ ਸਿਰ 'ਤੇ ਅਸੀਂ ਕਹਿ ਰਹੇ ਹਾਂ ਗੱਲ। ਅਸੀਂ ਕਹਿ ਰਹੇ ਹਾਂ ਜਿਸ ਬੇਸ 'ਤੇ ਕਹਿ ਰਹੇ ਹਾਂ, ਤੁਹਾਡੇ ਮੈਡੀਕਲ ਜਰਨਲ ਦੇ ਅੰਦਰ ਪਿਛਲੇ ਘੱਟੋ ਘੱਟ ਵੀ 2008 ਤੋਂ ਸ਼ੁਰੂ ਹੋ ਗਿਆ ਸੀ ਇਹ ਫੇਜ਼, ਯਾਨੀ ਕਿ ਲਗਭਗ 12 ਸਾਲ ਹੋ ਗਏ, 10 ਸਾਲ ਲਾ ਲਓ, ਕਿ 10 ਸਾਲ ਤੋਂ ਥੋਕ ਦੇ ਅੰਦਰ, ਥੋਕ 'ਚ ਇੰਨੀਆਂ ਮੈਡੀਕਲ ਰਿਸਰਚਸ ਆ ਚੁੱਕੀਆਂ ਨੇ, ਜੋ ਆਪਾਂ ਨੇ ਬੋਲਿਆ ਇਹ ਸਾਰੇ ਦਾ ਸਾਰਾ ਪ੍ਰੂਵ ਹੋ ਚੁੱਕਿਆ। ਹੁਣ ਸਾਇੰਟੀਫਿਕ ਸਟੱਡੀਜ਼ ਨੇ ਪ੍ਰੂਵ ਕਰਤਾ ਹੋਇਆ, ਸਿਰਫ ਬਜ਼ੁਰਗਾਂ ਦੀ ਗੱਲ ਨਹੀਂ ਹੈ। ਸੋ ਸਾਇੰਟੀਫਿਕ ਸਟੱਡੀਜ਼ ਕਹਿ ਰਹੀਆਂ ਨੇ, ਉਹ ਸਾਇੰਟੀਫਿਕ ਸਟੱਡੀਜ਼ ਇੱਥੋਂ ਤੱਕ ਕਹਿ ਰਹੀਆਂ ਨੇ ਕਿ ਜਿਹੜੀ ਤੁਹਾਡੀ ਇਹ ਬਿਮਾਰੀਆਂ ਨੇ ਜਿਹਨੂੰ ਤੁਸੀਂ ਮੈਨੇਜ ਕਰ ਰਹੇ ਹੋ ਦਵਾਈਆਂ ਦੇ ਕੇ, ਇਹ ਐਕਚੁਅਲੀ ਤੁਸੀਂ ਹਾਰਮ ਕਰ ਰਹੇ ਹੋ। ਹੁਣ ਇੱਥੇ ਤੱਕ ਸੱਚ ਆ ਗਈ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਦੀਆਂ ਗੋਲੀਆਂ ਦੇ ਕੇ, ਸ਼ੂਗਰ ਦੀਆਂ ਦਵਾਈਆਂ ਖਵਾ ਕੇ ਤੁਸੀਂ ਨੁਕਸਾਨ ਕਰ ਰਹੇ ਹੋ, ਫਾਇਦਾ ਨਹੀਂ ਕਰ ਰਹੇ। ਉਲਟਾ ਤੁਸੀਂ ਉਹਨਾਂ ਦੀ ਨਾਲੇ ਤਾਂ ਉਹਨਾਂ ਨੂੰ ਧੋਖੇ 'ਚ ਕਰ ਰੱਖ ਰਹੇ ਹੋ, ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਕਿ ਤੁਹਾਡੀ ਸ਼ੂਗਰ ਠੀਕ ਹੈ ਦਵਾਈਆਂ ਨਾਲ, ਅਸਲ 'ਚ ਅੰਦਰੋਂ ਸਾਰੇ ਉਹ ਨੁਕਸਾਨ ਕਰੀ ਜਾ ਰਹੀ ਹੈ, ਸਾਰੇ ਨੁਕਸਾਨ ਕਰੀ ਜਾ ਰਹੀ ਹੈ ਉੱਦਾਂ ਹੀ ਉੱਦਾਂ, ਔਰ ਉਹਦੀ ਉਮਰ ਵੀ ਘੱਟ ਰਹੀ ਹੈ। ਇਹ ਪ੍ਰੂਵ ਹੋ ਗਿਆ ਕਿ ਦਵਾਈਆਂ 'ਤੇ ਜਿਹੜਾ ਬੰਦਾ ਲੰਬੀ ਬਿਮਾਰੀ ਵਾਲਾ ਦਵਾਈਆਂ 'ਤੇ ਹੈ, ਉਹਦੀ ਉਮਰ ਵੀ ਘੱਟਦੀ ਹੈ, ਅਤੇ ਉਹਨੂੰ ਉਸ ਬਿਮਾਰੀ ਦੇ ਨੁਕਸਾਨ ਵੀ ਹੋ ਜਾਂਦੇ ਆ। ਸੇਮ BP ਬਾਰੇ ਆ ਗਿਆ, ਸੇਮ ਤੁਹਾਡੇ ਹਾਰਟ ਦੇ ਜਿਹੜੀਆਂ ਬਲੱਡ ਵੈਸਲ ਦੇ ਜਿਹੜੇ ਸਟੰਟ ਪਾ ਰਹੇ ਇਹਨਾਂ ਬਾਰੇ ਆ ਗਿਆ, ਸੇਮ ਕੈਂਸਰ ਬਾਰੇ ਆ ਗਿਆ। ਇੱਕ ਵੀ ਪ੍ਰੂਫ ਨਹੀਂ ਹੈ ਕਿ ਕੀਮੋਥੈਰੇਪੀ, ਰੇਡੀਓਥੈਰੇਪੀ ਜਾਂ ਸਰਜਰੀ ਕੈਂਸਰ ਦੇ ਮਰੀਜ਼ ਦੀ ਉਮਰ ਲੰਬੀ ਕਰਦੀ, ਇੱਕ ਵੀ ਸਟੱਡੀ ਨਹੀਂ ਹੈ ਇਹੋ ਜਿਹੀ। ਅਤੇ ਤੁਸੀਂ ਕੰਪੇਅਰ ਤਾਂ ਕਰਕੇ ਦੱਸੋ ਨਾ ਵੀ ਤੁਸੀਂ ਇਸ ਕੈਂਸਰ ਦੇ ਵਿੱਚ ਅੱਧੇ ਮਰੀਜ਼ਾਂ ਨੂੰ ਕੀਮੋ ਅਤੇ ਰੇਡੀਓ ਜਾਂ ਸਰਜਰੀ ਕੀਤੀ, ਅੱਧਿਆਂ ਨੂੰ ਨਹੀਂ ਕੀਤੀ, ਫਿਰ ਪਤਾ ਲੱਗੇ ਨਾ ਵੀ ਕੌਣ ਲੰਬਾ ਜੀਆ। ਅਤੇ ਉਹ ਉਲਟ ਐਵੀਡੈਂਸ ਆ ਰਹੀ ਹੈ ਕਿ ਜੇ ਕੈਂਸਰ ਦੇ ਮਰੀਜ਼ ਦਾ ਇਲਾਜ ਇਹ ਖਤਰਨਾਕ ਤਰੀਕੇ ਨਾਲ ਨਾ ਕੀਤਾ ਜਾਵੇ ਤਾਂ ਲੰਬਾ ਜਿਉਂਦਾ ਉਹ ਉਲਟਾ। ਸੋ ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਉਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਬੜੇ ਹੀ ਵਿਸਥਾਰ ਦੇ ਨਾਲ ਇੱਕ ਪੁਆਇੰਟ ਦੇ ਉੱਤੇ ਜ਼ੋਰ ਦੇ ਕੇ ਸਾਨੂੰ ਇਹ ਸਮਝਾਇਆ ਕਿ ਕਿਸ ਤਰ੍ਹਾਂ WHO ਅਤੇ ਫਾਰਮਾਸਿਊਟੀਕਲ ਕੰਪਨੀਜ਼, ਯਾਨੀ ਕਿ ਦਵਾਈਆਂ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਇਹਨਾਂ ਵੱਲੋਂ ਝੂਠ ਫੈਲਾਏ ਜਾ ਰਹੇ ਨੇ। ਉਹ ਝੂਠ ਜਿਹਦੇ ਨਾਲ ਲੱਖਾਂ ਲੋਕ ਆਪਣੀ ਜਾਨ ਗਵਾ ਚੁੱਕੇ ਨੇ, ਲੱਖਾਂ ਲੋਕ ਬਿਮਾਰ ਨੇ, ਅਤੇ ਪਤਾ ਹੀ ਨਹੀਂ ਹਾਲੇ ਇਹ ਵਰਤਾਰਾ ਹੋਰ ਕਿੰਨੀ ਦੇਰ ਤੱਕ ਚੱਲੇਗਾ। ਸੋ ਸੱਚ ਤੁਹਾਡੇ ਸਾਹਮਣੇ ਲਿਆਂਦਾ ਗਿਆ, ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਆਖਰ
ਇਹਦੇ ਵਿੱਚੋਂ ਤੁਸੀਂ WHO ਦੀ ਗੱਲ ਮੰਨਣੀ ਹੈ, ਫਾਰਮਾਸਿਊਟੀਕਲ ਕੰਪਨੀਆਂ ਦੀ ਗੱਲ ਮੰਨਣੀ ਹੈ, ਜਾਂ ਫਿਰ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਜਿਹੜੀ ਹੁਣ ਗੱਲ ਦੱਸੀ ਹੈ ਵੀ ਜਿਹੜੇ ਨਵੇਂ ਜਰਨਲਸ ਦੇ ਵਿੱਚ, ਮੈਡੀਕਲ ਜਰਨਲਸ ਦੇ ਵਿੱਚ ਜੋ ਖੋਜਾਂ ਆਈਆਂ ਨੇ ਉਹਨਾਂ ਦੇ ਉੱਤੇ ਇੱਕ ਰਿਸਰਚ ਕਰਕੇ, ਜਾਂ ਫਿਰ ਜੋ ਸਾਡੇ ਬਜ਼ੁਰਗ ਸਾਨੂੰ ਦੱਸ ਗਏ ਨੇ ਕਿ ਆਹ ਚੀਜ਼ਾਂ ਸਾਨੂੰ ਵਰਤਣੀਆਂ ਚਾਹੀਦੀਆਂ ਨੇ, ਆਹ ਨਹੀਂ ਵਰਤਣੀਆਂ ਚਾਹੀਦੀਆਂ, ਉਹਨਾਂ ਉੱਤੇ ਅਮਲ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮਹਿਮਾਨ, ਇੱਕ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।